बिहार राय नमो श्री हरि कृष्ण देव बर्मा श्री गुरु गोविंद तरो तरा तर पुन पुन बंदों बार बार जिसमें अमृत ज्ञान है श्री गुरु ग्रंथ साहिब उदद एक ओंकार सतगुरु वाहिगुरु जी की वाहिगुरु जी की फतेह है। वाहिगुरु जी का खालसा जुगो जुग अटल सबर छत्र तख्त दे मालिक जागरी जोत हाजरा हजूर सर्व कला भरपूर सतगुरु गुरु ग्रंथ साहिब जी महाराज तिन्हां दी पावन पवित्र हजूरी अंदर आप माई भाई भावना दे नाल आए हो जी आया नूं वाहिगुरु जी का सतगुरु की कृपा वरती है। संध्या दे दीवान आरंभ हुए गुरु का हर जस गुरु की कथा आप संगतां झोली भर के ले जाते हो। सुन हर कथा उतारी मैल सारी मैल सतगुरु साडी ला दिंदे ने। सो आओ गुरफतेह प्रवान करो गज की वाहिगुरु जी का एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद एक ओंकार सतनाम करता पुरख निर्भव निर्वैर अजूनी सैभं गुर प्रसाद एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद एक ओंकार सतनाम करता पुरख निर्भव निर्वैर अकाल मूरत
ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ 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 ਵਾਹਿਗੁਰੂ
बाबा पैर तरे, जिथे 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 बाबा पैर तरे, पूजायासन थापन सोआ, पूजायासन थापन सोआ, पूजायासन थापन सोआ, पूजायासन थापन सोआ, जिथे बाबा पैर तरे, जिथे बाबा पैर तरे, जिथे बाबा पैर तरे, जिथे बाबा पैर तरे, धन गुरु नानक, 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 जिथे बाबा पैर तरे, 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 जिथे बाबा पैर तरे। गुरु प्यारी साध संत बड़े भागे हम गुरु नानक साहब जी ਦੇ ਚਰਨਾਂ ਦਾ ਕੋਟ ਆਸਰਾ ਆਪ ਸੰਗਤਾਂ ਲੈ ਰਹੇ ਹੋ। ਸ੍ਰਿਸ਼ਟੀ ਦਾ ਭਲਾ ਕਰਨ ਵਾਸਤੇ ਮਹਾਰਾਜ ਜੀ ਆਏ ਨੇ। ਸੰਗਲਾ ਦੀਪ ਦੇ ਰਾਜੇ ਸ਼ਿਵਨਾਗ ਦੇ ਬਾਗ ਦੇ ਵਿੱਚ ਸਤਿਗੁਰੂ ਬੈਠੇ ਹਨ। ਆਪ ਜੀ ਨੇ ਸਰਵਣ ਕੀਤਾ ਗੁਰੂ ਨਾਨਕ ਸਾਹਿਬ ਨੂੰ ਭਰਮਾਉਣ ਵਾਸਤੇ 36 ਪ੍ਰਕਾਰ ਦਾ ਭੋਜਨ ਲੈ ਕੇ ਗਏ, ਜੋ ਅੱਜ ਸਾਡੀ ਸਾਰਿਆਂ ਦੀ ਕਮਜ਼ੋਰੀ ਬਣ ਚੁੱਕਾ ਹੈ। ਹਰ ਬੰਦਾ ਚਾਹੇ ਜ਼ਹਿਰ ਵੀ ਹੋਵੇ ਨਾ ਪਦਾਰਥ, ਉਹਨੂੰ ਵੀ ਖਾਣ ਵਾਸਤੇ ਤਿਆਰ ਹੈ। ਸਭ ਤੋਂ ਵੱਡੀ ਪ੍ਰੋਬਲਮ ਮਹਾਰਾਜ ਸਾਹਿਬ ਨੂੰ ਸਭ ਤੋਂ ਪਹਿਲਾਂ 36 ਪ੍ਰਕਾਰ ਦਾ ਸੰਗਤ ਜੀ ਭੋਜਨ ਆਇਆ। ਮਹਾਰਾਜ ਜੀ ਕਹਿੰਦੇ ਭਾਈ ਅਸੀਂ ਕੀ ਕਰਨਾ, ਭੁੱਖਿਆਂ ਨੂੰ ਛਕਾ ਦਿਓ। ਤੇ ਪਰਸ਼ੁਰਾਮ ਨੇ ਆਖਿਆ, ਕਹਿੰਦੇ ਮਹਾਰਾਜ ਇੰਨੇ ਦਿਨਾਂ ਤੋਂ ਸਮੁੰਦਰ ਦਾ ਰਸਤਾ ਹੈ, ਤੁਹਾਨੂੰ ਭੁੱਖ ਨਹੀਂ ਲੱਗੀ? ਮਹਾਰਾਜ ਕਹਿੰਦੇ ਭੁੱਖ ਲੱਗੀ ਸੀ, ਪਰ ਕੀਰਤਨ ਕਰਕੇ ਭੁੱਖ ਮਿਟ ਗਈ ਹੈ। ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖ ਹੈ ਖਾਏ ਚਲੀਏ ਦੁੱਖ। ਸੰਸਾਰੀ ਬੰਦੇ ਨੂੰ ਵਾਰ-ਵਾਰ ਭੁੱਖ ਲੱਗਦੀ। ਜਿਹੜਾ ਬਾਦਤ ਵਾਲਾ ਹੋਵੇਗਾ ਨਾ, ਉਹਨੂੰ ਭੁੱਖ ਨਹੀਂ ਲੱਗੂ। ਉਹਨੂੰ ਵਾਰ-ਵਾਰ ਜੀ ਕਰੂਗਾ ਵੀ ਮੈਂ ਇੱਕ ਚੌਵੀ ਸਾਹਿਬ ਪੜ੍ਹ ਹੀ ਲਵਾਂ। ਵਾਰ-ਵਾਰ ਆਊਗਾ ਵੀ ਚੱਲ ਦੋ ਜਪਜੀ ਸਾਹਿਬ ਹੀ ਕਰ ਲਾਂ।
ਫੇਰ ਆਵੇਗਾ ਜੇ ਰਾਤ ਨੂੰ 12 ਵਜੇ ਜਾਗ ਆ ਗਈ, ਕਹਿਣਾ ਚੱਲ ਜਾਗੇ ਤੇ ਹੈਗੇ ਇੱਕ ਸੁਖਮਣੀ ਸਾਹਿਬ ਹੀ ਪੜ੍ਹ ਲਈਏ। ਇਹ ਭਿੱਜ ਗਏ ਜਿਹੜੇ ਭਿੱਜ ਗਏ ਆ, ਜਿਨ੍ਹਾਂ ਨੂੰ ਪਤਾ ਲੱਗ ਗਿਆ ਵੀ ਐਸੋ ਇਹੋ ਸੰਸਾਰ ਵੇਖਣਾ, ਰਹਿਣ ਨਾ ਕੋ ਪਈ ਹੈ ਰੇ। ਸੂਧੇ ਸੂਧੇ ਰੇਗ ਚਲੋ ਤੁਮ ਨਦਰ ਕੁਤੱਕਾ, ਦਵਾਈ ਹੈ ਰੇ ਬਾਰੇ ਬੂਢੇ ਤਰਨਾ ਭਈਆ ਸਭ ਨੂੰ ਜਮ ਲੈ। ਜਿਨ੍ਹਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਤੇ ਕੁਛ ਨਹੀਂ ਹੈ, ਕਿ ਬੰਦਾ ਸ੍ਰਿਸ਼ਟੀ ਪੈਦਾ ਹੋਈ, ਕਾਰੋਬਾਰ ਚਲਾਉਂਦਾ ਚਲਾਉਂਦਾ, ਘਰ ਬਣਾਉਂਦਾ ਬਣਾਉਂਦਾ ਪਤਾ ਨਹੀਂ ਗਾਂ ਦੀ ਗਾਂ ਅੱਗੇ ਹੀ ਨਿਕਲ ਜਾਂਦਾ, ਪਤਾ ਹੀ ਨਹੀਂ ਲੱਗਾ ਕਦੋਂ 50 ਸਾਲ ਨਿਕਲ ਗਏ, 40 ਪਤਾ ਲੱਗਾ ਤੁਹਾਨੂੰ। ਤੋ ਇਸ ਕਰਕੇ ਮਹਾਰਾਜ ਦੀ ਬਾਣੀ ਚਾਨਣ ਜੇ। ਆਪਾਂ ਬੜੇ ਵੱਡੇ ਕਰਮ ਕੀਤੇ, ਜਿਹੜਾ ਮਹਾਰਾਜ ਦੇ ਲਾਗੇ ਬਹਿੰਦੇ ਆ, ਇਹ ਚਾਨਣ ਸਾਨੂੰ ਇਹ ਦਿਖਾ ਰਿਹਾ ਵੀ ਬਸ ਜਿਹੜਾ ਰੋਜ਼ ਬਾਣੀ ਕਥਾ ਸੁਣਦਾ ਉਹਦਾ ਹਿਰਦਾ ਵੇਖਿਓ ਕਿੰਨਾ ਸੋਹਣਾ ਬਣ ਜਾਂਦਾ। ਜਿਹੜੇ ਬੰਦੇ ਨੇ ਕਦੇ ਨਹੀਂ ਸੁਣਿਆ ਉਹਨੂੰ ਇਹੋ ਹੀ ਆ ਵੀ ਖਰੇ ਇਹ ਜਿਹੜੇ ਮੇਰੇ ਪੁੱਤ, ਮੇਰੀਆਂ ਜ਼ਮੀਨਾਂ ਤੇ ਇਹ ਕਾਰੋਬਾਰ ਇਹ ਖਰੇ ਸੱਚ ਹੈ। ਪਰ ਮਹਾਰਾਜ ਕਹਿੰਦੇ ਨਹੀਂ ਭਾਈ, ਜਗ ਰਚਨਾ ਸਭ ਝੂਠ ਹੈ, ਇਹੋ ਜਗ ਐਸਾ ਸੁਪਨੇ ਜੈਸਾ। ਕਈ ਵਾਰੀ ਸੁਪਨਾ ਆ ਰਿਹਾ ਹੁੰਦਾ ਨਾ, ਬੰਦਾ ਸੁੱਤਾ ਹੁੰਦਾ ਤੇ ਸੁਪਨਾ ਬੜਾ ਸੋਹਣਾ ਹੁੰਦਾ, ਤੇ ਕੋਈ ਆ ਕੇ ਨਾ ਲੱਤ ਮਾਰਦੇ ਜਾਂ ਬਾਂਹ ਖਿੱਚਦੇ ਤੇ ਆਪਾਂ ਕਹੀਦਾ ਤੇਰਾ ਭਲਾ, ਜੇ ਕਿਤੇ 5 ਮਿੰਟ ਲੇਟ ਹੋ ਜਾਂਦਾ ਨਾ, ਮੇਰੇ ਸੁਪਨੇ ਦਾ ਰਿਜ਼ਲਟ ਨਿਕਲ ਲੱਗਾ। ਤੇ ਇਸ ਕਰਕੇ ਮਾਂ ਕਹਿ ਦਿੰਦੀ ਸਕੂਲ ਦੀ ਬੱਸ ਆ ਗਈ, ਤੈਨੂੰ ਸੁਪਨੇ ਦੀ ਪਈ ਹੈ। ਇਸੇ ਤਰ੍ਹਾਂ ਸੰਸਾਰ ਇੱਕ ਖੁੱਲੀ ਅੱਖ ਦਾ ਸੁਪਨਾ ਹੈ, ਪਤਾ ਹੀ ਨਹੀਂ ਲੱਗਣਾ ਇਹਨੇ ਕਦੋਂ ਟੁੱਟਣਾ। ਤੇ ਜਦੋਂ ਇਹ ਟੁੱਟਾ ਤੇ ਅੱਖਾਂ ਬੰਦ ਹੋ ਜਾਣੀਆਂ ਤੇ ਆਪਾਂ ਕਹਿਣਾ ਮੇਰਾ ਘਰ ਕਿੱਥੇ ਆ, ਮੇਰੀ ਮਾਂ, ਮੇਰੇ ਚਾਚੇ, ਮੇਰਾ ਸ਼ਹਿਰ, ਉਹ ਤਾਂ ਕੁਝ ਵੀ ਬਾਣੀ ਕਹਿੰਦੀ ਨਜ਼ਰ ਨਹੀਂ ਆਉਣਾ। ਹੁਣ ਮੰਨ ਲਓ ਬੰਦੇ ਨੂੰ ਕੀ ਵਾਰ BP ਵਾਜੇ, ਸ਼ੂਗਰ ਚੱਕਰ ਆ ਜੇ ਨਾ, ਤੇ ਉਹਨੂੰ ਦੰਦਲ ਪੈ ਜਾਂਦੀ, ਉਹਨੂੰ ਚੁੱਕ ਕੇ ਹਸਪਤਾਲ, ਜਦੋਂ ਹਸਪਤਾਲ ਉਹਨੂੰ ਸੁਰਤ ਆਉਂਦੀ ਤੇ ਉਹ ਕਹਿੰਦਾ ਮੈਂ ਕਿੱਥੇ ਆ, ਮੈਂ ਤੇ ਘਰੇ ਸੀ। ਉਹ ਕਹਿੰਦੇ ਇੱਦਾਂ ਤੂੰ ਡਿੱਗ ਪਿਆ ਸੀ ਤੇ ਤੂੰ ਬੇਹੋਸ਼ ਹੋ ਗਿਆ ਸੀ। ਜਾਣੀ ਉਹਨੂੰ ਘਰੇ ਡਿੱਗੇ ਦਾ ਪਤਾ, ਪਰ ਕਿੱਧਰ ਦੀ ਗਿਆ, ਕਿਵੇਂ ਖੜਿਆ, ਕਿੱਦਾਂ ਲਾਇਆ, ਕਿੱਦਾਂ ਡਾਕਟਰਾਂ ਟੀਕੇ ਲਾਏ, ਉਹਨੂੰ ਕੁਝ ਨਹੀਂ ਪਤਾ। ਉਹਨੂੰ ਉਦੋਂ ਪਤਾ ਜਦੋਂ ਹੋਸ਼ ਆਈ। ਸਾਧ ਸੰਗਤ ਇੱਦਾਂ ਹੀ ਬਾਣੀ ਕਹਿੰਦੀ, ਜਦੋਂ ਆਪਣੀ ਇੱਦਾਂ ਡੈਥ ਹੋਣੀ ਆਪਾਂ ਨੂੰ ਨਹੀਂ ਪਤਾ। ਫਿਰ ਮਹਾਰਾਜ ਜਦੋਂ ਅਗਲੇ ਪਾਸੇ ਅੱਖਾਂ ਖੁੱਲੀਆਂ ਤੇ ਉੱਥੇ ਮਹਾਰਾਜ ਕਹਿੰਦੇ ਵੈਦੋ ਨਾ ਵਾਈ, ਭੈਣੋ ਨਾ ਭਾਈ, ਉੱਥੇ ਆ ਭੈਣਾ ਭਰਾ ਨਜ਼ਰ ਨਹੀਂ ਆਉਣੇ ਤੇ ਤੂੰ ਰੋਣਾ ਹੈ। ਤਿੱਥੈ ਅਵਰ ਨਾ ਕੋਈ ਜੀਓ ਅਕੇਲਾ, ਇੱਥੇ ਇਕੱਲਾ ਰਹਿ ਜਾਏਗਾ। ਇਸ ਕਰਕੇ ਮੇਰੇ ਗੁਰੂ ਨੇ ਚਾਨਣ ਦਿੱਤਾ ਤੇ ਤੁਸੀਂ ਉਹ ਚਾਨਣ ਲੈਣ ਆਏ ਹੋ ਤੇ ਝੋਲੀ 'ਚ ਪਾ ਕੇ ਲਈ ਜਾਂਦੇ ਰੋਜ਼ ਦੀ ਰੋਜ਼। ਸੌਖੀ ਜ਼ਿੰਦਗੀ ਹੋ ਗਈ ਹੈ, ਜਿੱਥੇ ਟੈਨਸ਼ਨ 'ਚ ਰਹਿੰਦੇ ਸਾਗੇ ਦਿਨੇ ਰਾਤ, ਹੁਣ ਨੀਂਦ ਵਧੀਆ ਆਉਂਦੀ। ਪਤਾ ਲੱਗ ਗਿਆ ਵੀ ਐਵੇਂ ਕੀ ਫਾਇਦਾ। ਮੰਨ ਲਓ 30-35 ਲੱਖ ਕਰਜ਼ਾ ਲੈ ਕੇ ਘਰ ਬਣਾ ਲਓ, ਰਹਿਣਾ ਤੇ ਫੇਰ ਨਹੀਂ ਆ। ਇਹ ਤੋਂ ਚੰਗਾ ਵਾ ਵੀ ਜਿੱਥੇ ਇੰਨੇ ਪੰਗੇ ਲੈਣੇ ਚੁੱਪ ਕਰਕੇ ਪ੍ਰਸ਼ਾਦਾ ਛਕਿਆ ਤੇ ਨਾਨਕ ਨਾਮ ਚੜ੍ਹਦੀ ਕਲਾ। ਤੇ ਬਾਬਾ ਨਾਨਕ ਜੀ ਕਹਿੰਦੇ ਪ੍ਰਸ਼ਾਦਾ ਚੁੱਕ ਲਓ, ਅਸੀਂ ਨਹੀਂ ਛਕਣਾ। ਫਿਰ ਉਹਨਾਂ ਨੇ ਵੇਖਿਆ ਵੀ ਸ਼ਾਇਦ ਥੱਕੇ ਥੁੱਕੇ ਆ, ਵੀ ਸ਼ਰਾਬ ਮਾਸ ਨੱਚਣ ਵਾਲੀ ਬੀਬੀ ਵੇਖਣਗੇ ਵੀ ਦੂਰੋਂ ਆਏ ਆਪਣੇ ਵਾਂਗੂ, ਤੇ ਫਿਰ ਉਹਨਾਂ ਨੇ ਦੂਜੀ ਵਾਰੀ ਉਹ ਬੀਬੀਆਂ ਭੇਜੀਆਂ, ਸ਼ਰਾਬ ਗੋਸ਼ਤ ਵਗੈਰਾ। ਮਹਾਰਾਜ ਸਾਹਿਬ ਕਹਿੰਦੇ ਤੁਹਾਡਾ ਭਲਾ ਹੋਵੇ ਪੁੱਤ, ਸਿਰ ਢੱਕੋ ਤੇ ਬਾਣੀ ਪੜ੍ਹੋ। ਤੀਜੀ ਵਾਰੀ ਉਹਨਾਂ ਨੇ ਫਿਰ ਸੋਨੇ ਦੀਆਂ ਭਰ ਕੇ ਥਾਲੀਆਂ ਭੇਜੀਆਂ, ਜਿਹਦੇ ਵਿੱਚ ਮੋਤੀ ਹੀਰੇ ਸੋਨਾ ਚਾਂਦੀ ਪਾਇਆ। ਸਾਧ ਸੰਗਤ ਜੋ ਸਾਡੀ ਅੱਜ ਲੋੜ ਹੈ, ਜਿੰਨਾ ਚਿਰ 5 ਉਂਗਲਾਂ 'ਚ ਛਾਪਾਂ ਨਾ ਹੋਣ ਤੇ ਹੱਥ ਨੂੰ ਸਕੂਨ ਜਿਹਾ ਨਹੀਂ ਆਉਂਦਾ। ਜਿੱਦਾਂ ਮੰਨ ਲਾ ਕਈ ਤਕੜੇ ਬੰਦੇ, ਉਹਨਾਂ ਕਹਿੰਦਾ 2 ਪੈ ਗਈਆਂ, 2 ਉਂਗਲਾਂ ਹੋਰ ਰਹਿ ਗਈਆਂ। ਜਿਹਦੇ 4 ਤੇ ਹੋਣ ਤੇ ਫਿਰ ਵੀ ਕੋਈ ਵੱਡਾ ਰਿਸ਼ਤੇਦਾਰ ਕਹੇ ਤੇਰੀ ਛਾਪ ਬਣੀ, ਉਹ ਕਹਿੰਦਾ 4 ਬੋਕਾ ਗੂਠੇ ਦਾ ਮੇਚ ਲੈ ਲਿਓ। ਕਈਆਂ ਨੇ ਨਾ 5 'ਚ ਪਾਈਆਂ ਹੁੰਦੀਆਂ, ਜੇ ਆਖੋ ਸਤਿਨਾਮ। ਇਹ ਭੁੱਖ ਹੀ ਹੈ, ਹੋਰ ਕੀ ਹੈ। 200 ਦਾ ਕੁੜਤਾ ਪਜਾਮਾ ਵੀ ਪਾ ਕੇ ਉਹੀ ਜ਼ਿੰਦਗੀ ਹੈ, ਤੇ 2000 ਦਾ ਵੀ ਪਾ ਕੇ। ਫਰਕ ਤੇ ਆਪਾਂ ਨੂੰ ਲੱਗਦਾ, ਦੂਜੇ ਨੂੰ ਤੇ ਲੱਗਦਾ ਕੋਈ ਨਹੀਂ। ਸਗੋਂ ਮੈਂ ਇੰਨਾ ਵੇਖਿਆ ਵੀ ਵਿਆਹ ਸ਼ਾਦੀ 'ਚ ਜਿੰਨਾ ਭੈਣਾਂ ਵੀਰਾਂ ਨੇ 25-25 ਹਜ਼ਾਰ ਦੇ ਸੂਟ ਪਾਏ ਨਾ, ਉਹਨਾਂ ਦੇ ਮੱਥੇ ਤੇ ਰੌਣਕ ਨਹੀਂ ਹੈ।
ਉਹਨਾਂ ਨੂੰ ਇਹੋ ਹੀ ਫਿਕਰ ਲੱਗਾ ਰਹਿੰਦਾ ਵੀ ਮੈਨੂੰ ਕਿੰਨੇ ਜਾਣੇ ਵੇਖਦੇ ਆ। ਉਹ ਵਾਰ-ਵਾਰ ਸੂਟ ਹੀ ਸਵਾਰੀ ਜਾਣਗੇ ਸ਼ੀਸ਼ੇ ਅੱਗੇ ਜਾ ਜਾ ਕੇ, ਤੇ 100-200 ਰੁਪਏ ਦਾ ਸੂਟ ਪਾ ਕੇ ਭਾਂਡੇ ਮਾਂਜ ਰਹੀ ਬੀਬੀ ਪੈਲਸ 'ਚ। ਉਹਦਾ ਚਿਹਰਾ ਕਿਤੇ ਹਰਿਆ ਭਰਿਆ, ਨਾਲੇ ਭਾਂਡੇ ਧੋਈ ਜਾਂਦੀ ਨਾਲੇ ਹੱਸੀ ਜਾਂਦੀ, ਉਹਨੂੰ ਕੋਈ ਮਤਲਬ ਨਹੀਂ। ਮੈਂ ਇਹ ਚੀਜ਼ ਅੱਖੀਂ ਵੇਖੀ ਤੇ ਮੈਂ ਵੇਖਿਆ, ਮੈਂ ਕਿਹਾ ਵਾਹ ਰੱਬਾ, ਭਾਵੇਂ 200 ਦਿਹਾੜੀ ਤੇ 200 ਦਾ ਸੂਟ ਪਰ ਇਹਦਾ ਚਿਹਰਾ ਹੱਸਦਾ ਹੀ। ਇੱਧਰ ਵੇਖ ਕੀ ਬਣਿਆ ਪਿਆ, ਵਕਤ ਨੂੰ ਫੜੇ ਪਏ ਹੈ। ਇੱਕ ਜਾਣੇ ਨੇ ਬੱਚਾ ਚੁੱਕਿਆ ਹੈ, ਇੱਕ ਨੇ ਪਰਸ ਚੁੱਕਿਆ ਹੈ, ਤੇ ਬੀਬੀ ਹੁਣ ਆਪਣੇ ਕੱਪੜੇ ਚੁੱਕਿਆ। ਆਖੋ ਗੁੱਸਾ ਨਾ ਕਰਿਓ, ਆ ਵਕਤ ਪਿਆ ਹੁੰਦਾ ਪੈਲਸ 'ਚ। ਹੁਣ ਤੇ ਲੀੜੇ ਵੀ ਇੱਦਾਂ ਦੇ ਅੱਗੇ ਨਾ ਪੁਰਾਣੀਆਂ ਬੀਬੀਆਂ ਦੇ ਮਤਲਬ 4-4 ਬੱਚੇ 5-5 10-10 ਵੀ ਬੱਚੇ ਹੁੰਦੇ ਸੀ। ਸਾਡੇ ਦਾਦੇ ਹੋਣੀ 7-8 ਭਰਾ ਹੈ ਨਾ ਗਾ, ਹੁਣ ਤੇ ਇੱਕੋ ਹੀ ਹੈ, ਉਹ ਵੀ ਘਰ ਦੇ ਨੂੰ ਚੁਕਾਇਆ ਹੁੰਦਾ। ਤੇ ਇੱਕ ਜਿਹੜਾ ਕੋਈ ਨਾਲ ਛੋਟੀ ਗੁੜੀਆ ਹੁੰਦੀ, ਕੋਈ ਭਤੀਜੀ ਭਤੂਜੀ, ਉਹਨੂੰ ਪਰਸ ਫੜਾਇਆ ਹੁੰਦਾ। ਤੇ ਆਪਾਂ ਕੀ, ਆਪਾਂ ਆਪਦੇ ਕੱਪੜੇ ਫੜੇ ਹੁੰਦੇ ਇੱਦਾਂ। ਜਦੋਂ ਤੁਰਨਾ ਉਹ ਹੈ ਹੀ ਇੱਦਾਂ ਦਾ, ਉਹਨੂੰ ਫੜਨਾ ਪੈਣਾ, ਚੱਕਣਾ ਪੈਣਾ। ਤੇ ਲਾਵਾਂ ਕਰਨੀਆਂ ਫਿਰ ਵੀ ਕਹਿਣਗੇ ਬਾਬਾ ਜੀ ਵੀ ਬੈਠਿਆਂ ਬੈਠਿਆਂ ਨਾ ਕਰ ਦੋਗੇ। ਮੈਂ ਕਿਹਾ ਕੀ ਹੋਇਆ, ਹੋ ਗਏ 3 ਕੁ ਸਾਲ, ਮੈਨੂੰ ਭੁੱਲਦੀ ਨਹੀਂ ਇਹ ਚੀਜ਼। ਤੇ ਉਧਰੋਂ ਲੇਟ ਆਏ 3 ਕੁ ਵਜੇ, ਮੈਂ ਤਾਬਿਆ ਬੈਠਾ। ਇੱਕ ਆਇਆ ਸਰਦਾਰ, ਗੁਰੂ ਸਾਹਿਬ ਤੋਂ ਡਰ ਕੇ ਕਹਿੰਦਾ ਪਾਤਸ਼ਾਹ ਹਾਜ਼ਰ ਹੈ। ਇੱਕ ਹੁੰਦਾ ਨਾ ਕਥਾਵਾਚ ਕੋਈ ਮਸਾਲਾ ਲਾ ਦਿੰਦਾ, ਨਹੀਂ ਮਹਾਰਾਜ ਕੋਲੇ ਬੈਠੇ ਆ, ਹਾਜ਼ਰ ਬੈਠੇ। ਤੇ ਉਹ ਇੱਧਰ ਦੀ ਜਾ ਕੇ ਤੇ ਕਹਿੰਦੇ ਭਾਈ ਸਾਹਿਬ ਜੀ ਲੇਟ ਬੜੇ ਆ ਤੇ ਬੇਨਤੀ ਹੈ। ਮੈਂ ਕਿਹਾ ਦੱਸੋ। ਕਹਿੰਦੇ ਜੇ ਆਪਾਂ 4 ਲਾਵਾਂ ਪੜ੍ਹ ਕੇ ਤੇ ਗੇੜਾ ਇੱਕੋ ਕਢਾ ਦਈਏ। ਮੈਂ ਆਖਿਆ ਵੀ ਸਿਆਣਾ ਤੇ ਬਹੁਤ ਹੈ ਤੂੰ, ਪਰ ਤੂੰ ਮੇਰੀ ਜਗ੍ਹਾ ਤੇ ਆ ਜਾ ਤੇ ਮੈਂ ਜਾਣਾ। ਮੇਰੀ ਲੋ ਇੱਕ ਗੇੜਾ ਛੱਡ ਕੇ 5 ਕਢਾ ਲਈ, 7, ਜਿੰਨੀ ਤੇਰੀ ਮਰਜ਼ੀ। ਇੰਨੀ ਕੁ ਸਾਡੀ ਬੁੱਧੀ ਕੰਮ ਕਰਦੀ ਹੈ। ਇਸ ਕਰਕੇ ਕਹਿੰਦੇ ਜੀ ਉਹ ਭਾਰਾ ਪਾਇਆ, ਤੇ ਜਿਹੜੀ ਚੀਜ਼ ਪਾ ਕੇ ਤੁਰਿਆ ਨਹੀਂ ਜਾਂਦਾ, ਬੰਦਾ ਪੁੱਛੇ ਪਾਈ ਕਿਉਂ ਫਿਰ। ਤੂੰ ਗੁੱਸਾ ਕਰ ਲੈਂਦੇ, ਮੈਨੂੰ ਪਤਾ ਵੀ ਜਿਹੜੀ ਚੀਜ਼ ਵਿਆਹ ਵੀ ਨਹੀਂ ਵੇਖਣ ਦਿੰਦੀ ਆ, ਸਾਰਾ ਵਕਤ ਆਪ ਨੂੰ ਪਿਆ ਰਹਿੰਦਾ, ਉਹ ਪਾਈ ਕਿਉਂ ਫਿਰ। ਤੀਜੀ ਵਾਰੀ ਉਹਨਾਂ ਨੇ ਬਾਬੇ ਨਾਨਕ ਵਾਸਤੇ ਨਾ ਰੇਸ਼ਮ ਦੇ, ਕਾਟਨ ਦੇ ਵਧੀਆ ਥਾਨ ਭੇਜੇ, ਨਾਲੇ ਸੋਨੇ ਦੀਆਂ ਥਾਲੀਆਂ ਭਰ ਕੇ ਭੇਜੀਆਂ। ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਇਹ ਕੀ ਹੈ। ਕਹਿੰਦੇ ਬਾਬਾ ਜੀ ਤੁਹਾਡੇ ਵਾਸਤੇ ਸ਼ਗਨ ਮੱਥਾ ਟਿਕਾਈ ਹੈ। ਮਹਾਰਾਜ ਕਹਿੰਦੇ ਸੋਨਾ ਕੀ ਕਰਨਾ ਸਾਧਾਂ ਨੇ। ਕਹਿੰਦੇ ਜੀ ਪਾਲੋ। ਮਹਾਰਾਜ ਕਹਿੰਦੇ ਜਿੱਦਣ ਆਏ ਸੀ ਨੰਗੇ ਆਏ ਸੀ, ਸੋਨਾ ਪਾ ਕੇ ਨਹੀਂ ਆਏ। ਮਹਾਰਾਜ ਫਿਰ ਆ ਕੱਪੜੇ ਰੱਖ ਲਓ ਮਹਿੰਗੇ। ਮਹਾਰਾਜ ਕਹਿੰਦੇ ਨਹੀਂ, ਨੰਗੇ ਆਏ ਆ, ਨੰਗੇ ਜਾਣਾ ਏ। ਆ ਚੋਲਾ ਕਰਤਾਰ ਨੇ ਦਿੱਤਾ, ਇਹਦੇ ਨਾਲ ਤਨ ਢੱਕਿਆ, ਸੋਹਣਾ ਏ, ਬਹੁਤ ਵਧੀਆ ਏ। ਇਹ ਕਥਾ ਨੂੰ ਦਿਲੋਂ ਸੋਚ ਕੇ ਵੇਖਿਓ। ਅੱਜ ਜਿੰਨੀ ਦੁਨੀਆ ਕਰਜ਼ਾ ਚੜਾਇਆ ਇਹਨਾਂ ਚੱਕਰਾਂ ਕਰਕੇ। ਆ 3 ਚੀਜ਼ਾਂ ਕੱਲ ਦੀ ਕਥਾ ਚੱਲੀ ਨਾ, ਨੰਬਰ 1 ਖਾਣਾ, ਨੰਬਰ 2 ਪਾਣਾ, ਤੇ ਨੰਬਰ 3 ਹੰਡਾਣਾ। ਤਿੰਨਾਂ ਚੀਜ਼ਾਂ ਨੇ ਅੱਜ ਘਰੋਂ ਘਰੀ ਲਹੂ ਪੀ ਛੱਡਿਆ। ਵਿਆਹ ਇਹਦਾ ਵਾ, ਵਕਤ ਮੈਨੂੰ ਪਿਆ। ਅੱਗੇ ਤਾਂ ਨਾ ਜਿਹਦਾ ਵਿਆਹ ਵਾ ਉਹਨੂੰ ਚਿੰਤਾ ਹੁੰਦੀ ਸੀ ਵੀ ਪੈਸੇ ਪੂਏ ਲੈਣੇ, ਹੁਣ ਜਿਨ੍ਹਾਂ ਨੇ ਵਿਆਹ ਜਾਣਾ ਉਹਨਾਂ ਨੂੰ ਚਿੰਤਾ ਹੁੰਦੀ ਆ। ਕੋ ਸਤਨਾਮ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ 3 ਚੀਜ਼ਾਂ ਭੇਟਾ ਹੋਈਆਂ। ਪਹਿਲਾਂ 36 ਪ੍ਰਕਾਰ। ਹੁਣ ਸਾਡੇ ਵਿਆਹ 'ਚ ਕੀ ਆ ਵੀ 50 ਆਈਟਮਾਂ, 35-40 ਲੱਖ ਤੇ ਖਾਣ ਪੀਣ ਦਾ ਹੀ ਹੁੰਦਾ ਹੈ ਨਾ। ਕੀ ਉਹਨੂੰ ਕਹਿੰਦੇ ਹੁੰਦੇ ਅੰਗਰੇਜ਼ੀ 'ਚ, ਕੈਟਰਿੰਗ ਕਿ ਕੀ। ਤੋ ਇਸ ਤਰ੍ਹਾਂ ਕਰਕੇ ਮੁੜ ਕੇ ਸੋਨੇ ਦਾ ਇਹ ਵੀ 7-8 ਲੱਖ ਨੂੰ ਹੱਥ ਫਿਰ ਜਾਂਦਾ। ਤੇ ਜਿਹੜੀ ਵਰੀ ਆ ਉਹ ਵੀ ਫਿਰ 5-6 ਲੱਖ ਦੀ ਹੈ। 3 ਚੀਜ਼ਾਂ ਮੇਰੇ ਨਾਨਕ ਦੇ ਸਿੱਖਾਂ ਨੂੰ ਇਹ ਕਥਾ ਸਿਖਾਉਂਦੀ। ਪਹਿਲਾਂ ਇੱਦਾਂ ਹੀ ਸੀ, ਕੜਾਹ ਪ੍ਰਸ਼ਾਦ ਜਲੇਬੀਆਂ ਬਣਾ ਲੈਣੀਆਂ ਤੇ ਮਹਾਰਾਜ ਦਾ ਵਿਆਹ ਹੋ ਜਾਂਦਾ ਹੈ। ਤੇ ਫਿਰ ਸਾਦੇ ਜੇ ਕੱਪੜੇ ਹੁੰਦੇ ਸੀ। ਇਹਨਾਂ ਚੀਜ਼ਾਂ ਤੋਂ ਗਰੇਜ ਕੀਤਾ। ਗੁਰੂ ਅਰਜਨ ਸਾਹਿਬ ਵੇਖੋ ਮਾਲਕ ਸੀ ਗੱਦੀ ਤੇ, ਮਹਾਰਾਜ ਨੇ ਸੋਨਾ ਤੇ ਕੀ ਪਾਉਣਾ, ਪੈਰੀਂ ਜੋੜਾ ਵੀ ਨਹੀਂ ਪਾਇਆ। ਜਦੋਂ ਮੌਤ ਸਾਹਿਬ ਚੱਲੇ ਸੀ, ਉਹ ਵੀ ਕਿਤੇ ਰਾਹ 'ਚ ਬੈਠਾ ਸੀ ਭਾਈ ਮੱਲ, ਉੱਥੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਿਆਰ ਪ੍ਰਾਪਤ ਕੀਤਾ। ਇਹ ਕਥਾ ਸਿਖਾਉਂਦੀ ਬੜਾ ਕੁਝ। ਮੈਂ ਤੁਰਨੋਂ ਤੇ ਅੱਗੇ ਲੈ ਜਾਣਾ ਕਥਾ ਨੂੰ। ਆਓ ਚੱਲੀਏ। 3 ਚੀਜ਼ਾਂ ਬਾਬੇ ਨਾਨਕ ਨੂੰ ਭੇਟਾ ਕੀਤੀਆਂ। ਨੰਬਰ 1 ਪ੍ਰਸ਼ਾਦਾ ਪਾਣੀ, ਨੰਬਰ 2 ਬੀਬੀਆਂ ਤੇ ਸ਼ਰਾਬ ਮੀਟ। ਵੀ ਥੱਕੇ ਆਏ ਸ਼ਾਇਦ ਮਨੋਰੰਜਨ ਹੋਵੇਗਾ। ਮਹਾਰਾਜ ਕਹਿੰਦੇ ਨਹੀਂ, ਅਸੀਂ ਇਹ ਚੀਜ਼ ਨਹੀਂ ਵੇਖਣੀ, ਸਾਡੇ ਕੋਲ ਕੀਰਤਨ ਹੈਗਾ। ਅੱਜ ਵੀ ਕਈ ਰੂਹਾਂ ਬੈਠੀਆਂ ਗੁਰਸਿੱਖ ਪਰਿਵਾਰ ਨੇ, ਉਹਨਾਂ ਨੇ ਰਾਤ ਨੂੰ ਗਾਉਣ ਭਾਇਆ ਤੇ ਗਾਉਣ ਦੇ ਵਿੱਚ ਵੀ ਕੀਰਤਨ। ਰਾਤ ਨੂੰ ਨਾ ਵਾਜੇ ਤੇ ਸੰਗਤਾਂ ਨੇ ਸ਼ਬਦ ਪੜ੍ਹੇ। ਤੇ ਇਸੇ ਤਰ੍ਹਾਂ ਵਿਆਹ ਵਾਲੇ ਦਿਨ ਵੀ ਆਸਾ ਦੀ ਵਾਰ ਦਾ ਕੀਰਤਨ ਹੋਇਆ। ਬਹੁਤ ਪਿਆਰ ਜਿਹੜੇ ਸੱਚੀ ਬਾਬੇ ਨਾਨਕ ਨੂੰ ਆਪਣਾ ਮੰਨਦੇ ਆ।
ਤੇ ਕਈਆਂ ਵਿਚਾਰਿਆਂ ਦਾ ਜੀ ਕਰਦਾ ਪਰ ਵਾਹ ਨਹੀਂ ਜਾਂਦੀ। ਭੈਣ ਭਰਾ ਹੀ ਇਦਾਂ ਦੇ, ਅਗਲੇ ਕਹਿੰਦੇ ਫਿਰ ਅਸੀਂ ਨਹੀਂ ਆਉਣਾ। ਤੁਸੀਂ ਤੇ ਪ੍ਰੋਗਰਾਮ ਕਾਹਦਾ ਕਰਨਾ, ਫਿਰ ਤੁਸੀਂ ਬਾਬੇ ਹੀ ਸੱਦ ਲਓ। ਕਿਉਂਕਿ ਮਹਾਰਾਜ ਨੇ ਲਿਖਤਾ ਨਾ ਬਾਣੀ 'ਚ, ਭਗਤਾਂ ਤੇ ਸਹਿ ਸਾਰੀਆਂ ਜੋੜ ਕਰ ਇਹਨਾਂ ਦਾ ਮੇਲ ਨਹੀਂ ਹੋਣਾ, ਰੱਬੀ ਬੰਦੇ ਦਾ ਤੇ ਬਾਹਰੀ ਬੰਦੇ ਦਾ ਕਦੇ। ਹੁਣ ਰੱਬੀ ਬੰਦੇ ਦਾ ਦਾੜਾ ਲੰਮਾ ਹੋਣਾ, ਮੁੱਛਾਂ ਵੀ ਇਸ ਤਰ੍ਹਾਂ ਵਾਰ-ਵਾਰ ਕਰਨੀਆਂ ਪੈਣੀਆਂ, ਸਾਦਾ ਸਰੂਪ। ਤੇ ਦੂਜੇ ਨੇ ਕਹਿਣਾ ਵੀ ਇਹ ਕੀ ਹੈ। ਆਮ ਬੰਦੇ ਨੂੰ ਜਿਹਨੂੰ ਇਤਿਹਾਸ ਨਹੀਂ ਨਾ ਪਤਾ ਦਾੜੇ ਮੁੱਛਾਂ, ਉਹ ਕਹਿੰਦੇ ਸਿੱਖ ਕੌਮ ਜਿਹੜੀ ਕਿੱਦਾਂ ਦੇ ਜਾਨਵਰ ਜੀ, ਆਹ ਸ਼ਬਦ ਕਹਿੰਦੇ ਉਹ ਲੋਕ। ਉਹ ਕਹਿੰਦੇ ਇਹ ਰੋਟੀ ਪਾਣੀ ਖਾਂਦੇ, ਵਾਲ ਮੂੰਹ 'ਚ ਪਈ ਜਾਂਦੇ, ਸਫਾਈ ਨਹੀਂ ਕਰਦੇ। ਜਿਹਨੂੰ ਨਹੀਂ ਸੋਝੀ ਇਸ ਗੱਲ ਬਾਰੇ। ਹੁਣ ਅੱਜ ਮੁੰਡੇ ਕੁੜੀਆਂ ਕਿਉਂ ਸਾਰੇ ਇਸ ਦੌੜ ਤੋਂ ਭੱਜ ਗਏ? ਕਿਉਂਕਿ ਇਤਿਹਾਸ ਨਹੀਂ ਪਤਾ ਕਿਸੇ ਨੂੰ। ਫੈਸ਼ਨ ਦਾ ਜ਼ਮਾਨਾ ਏ, ਤੇ ਜੇ ਕੋਈ ਰੱਖਦਾ ਵੀ ਤੇ ਉਹਦੇ ਯਾਰ ਬੇਲੀ ਕਹਿੰਦੇ ਉਹ ਤੂੰ ਕੀ ਬਣ ਗਿਆ, ਉਹ ਭਾਊ ਜਿਹਾ। ਉਹ ਕਹਿੰਦਾ ਚੱਲ ਕੱਲ ਨੂੰ ਆਪਾਂ ਬਾਊ ਜੀ ਬਣ ਜਾਣਾ। ਫਿਰ ਆਖੋ ਸਤਿਨਾਮ। ਸੋ ਇਸ ਕਰਕੇ 3 ਚੀਜ਼ਾਂ ਬਾਬੇ ਨਾਨਕ ਤੱਕ ਪਹੁੰਚੀਆਂ, ਮਹਾਰਾਜ ਨੇ ਵਾਪਸ ਕਰ ਦਿੱਤੀਆਂ। ਚੌਥੀ ਵਾਰ ਫਿਰ ਰਾਜਾ ਸ਼ਿਵਨਾਭ ਆਪ ਹੀ ਆ ਗਿਆ, ਮੱਥਾ ਟੇਕਿਆ, ਆਨੰਦ ਮਾਣਿਆ ਹੈ। ਤੇ ਫਿਰ ਵੀ ਇੱਕ ਅੰਦਰ ਥੋੜ੍ਹਾ ਜਿਹਾ ਸ਼ੰਕਾ ਹੈ, ਅਜੇ ਮਾੜਾ ਜਿਹਾ ਨੁਕਸ ਹੈ ਕਿ ਕਿਤੇ ਬਾਬਾ ਨਕਲੀ ਤਾਂ ਨਹੀਂ। ਉਹ ਅੱਜ ਪੂਰਾ ਹੋਵੇਗਾ। ਆਓ ਤੱਕੀਏ। ਬੜੇ ਸੁੰਦਰ ਸੋਫੇ ਭੇਜ ਦਿੱਤੇ, ਪੱਖਾ ਝੱਲਣ ਵਾਸਤੇ ਮਾਈਆਂ ਭੇਜਦੀਆਂ। ਆਪਣੀ ਖਾਸ ਰਾਣੀ ਜਿਹੜੀ ਸਭ ਤੋਂ ਸੋਹਣੀ ਸੀ, ਉਹਦੀ ਡਿਊਟੀ ਲਾਈ ਵੀ ਅੱਜ ਦੀ ਰਾਤ ਤੇਰੀ ਇਹੋ ਹੀ ਸੇਵਾ ਵਾ ਵੀ ਬਾਬੇ ਨਾਨਕ ਨੂੰ ਮੋਹਣਾ ਏ ਤੋਂ, ਤੇ ਨਾਲ ਲੈ ਜਾ ਜਿੰਨੀਆਂ ਵੀ ਬੀਬੀਆਂ, ਤੇ ਪਤਾ ਕਰਨਾ ਵੀ ਸੱਚਾ ਕਿ ਕੱਚਾ ਏ। ਤੇ ਉਸ ਵੇਲੇ ਉਹਨੇ ਆਪਣੇ ਨਾਲ 5-7 ਇਸਤਰੀਆਂ ਲਈਆਂ, ਤੇ ਉਹਨਾਂ 5-7 ਨੂੰ 16 ਸ਼ਿੰਗਾਰ ਕਰਾਏ। ਕਵੀ ਸੰਤੋਖ ਸਿੰਘ ਜੀ ਕਹਿੰਦੇ ਔਰਤ ਦੇ 16 ਸ਼ਿੰਗਾਰ ਹੁੰਦੇ ਹੈ। ਬਾਹਰਲੇ ਲੋਕ ਕਰਦੇ, ਆਪਣੀ ਤੇ ਸੁਰਤ ਬੰਦਲੀ ਰਹਿੰਦੀ ਕੰਮ ਧੰਦੇ 'ਚ। ਆਪਾਂ 16 ਸ਼ਿੰਗਾਰ ਕੀ ਕਦੇ ਵੇਖੇ ਨਹੀਂ ਹੋਣੇ? ਆਖੋ ਸਤਿਨਾਮ ਵਾਹਿਗੁਰੂ। 16 ਸ਼ਿੰਗਾਰ ਜਿਹੜੇ ਨੇ ਉਹ ਕਰਨਾ ਕੀਤੇ, ਤੇ ਗੁਰੂ ਨਾਨਕ ਸਾਹਿਬ ਦੇ ਬਾਗ ਅੰਦਰ ਪਹੁੰਚ ਗਈਆਂ ਹਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਿਨ ਕੋ ਚਿਤਵਨ ਬਾਣ ਸਮਾਨਾ, ਪ੍ਰੇ ਕੁਟੀ ਕੁਡਲਤ ਨੋਕ ਪਰਮਾਨਾ। ਮਹਾਰਾਜ ਜੀ ਬੈਠੇ ਆ, ਕੀਰਤਨ ਕਰ ਰਹੇ। ਉਹਨਾਂ ਸੋਫੇ ਭੇਜੇ ਆ ਸੁਨਹਿਰੀ। ਮਹਾਰਾਜ ਸਾਹਿਬ ਕਹਿੰਦੇ ਅਸੀਂ ਧਰਤੀ ਮਾਂ ਦੀ ਗੋਦੀ 'ਚ ਹੀ ਬਹਿਣਾ, ਅਸੀਂ ਸੋਫਿਆਂ 'ਤੇ। ਇੱਥੋਂ ਪੰਗਾ ਪੈਂਦਾ ਗਿਆਨੀ ਜਸਵੰਤ ਸਿੰਘ ਦਾ। ਉਹ ਕਹਿੰਦੇ ਕੁਰਸੀ ਦਰਬਾਰ 'ਚ ਮੈਂ ਨਹੀਂ ਕਥਾ ਕਰਨੀ, ਗੁਰੂ ਦੇ ਅੱਗੇ ਕੁਰਸੀ ਨਹੀਂ ਡਾਉਣੀ, ਨਹੀਂ ਡਾਉਣੀ। ਇਹ ਕਿਉਂਕਿ ਉਹਨਾਂ ਨੇ ਕਥਾ ਪੜ੍ਹੀਆਂ ਨਾ ਸਾਰੀਆਂ। ਜਿਹੜੇ ਬੰਦੇ ਨੇ ਪੜ੍ਹੀ ਹੁੰਦੀ, ਬਾਬਾ ਸਾਡੀਆਂ ਲੱਤਾਂ ਦੁਖਦੀਆਂ, ਨਹੀਂ ਕਰਨੀ ਕਥਾ ਨਾਲ। ਪਰ ਚੱਕਰ ਹੈ ਨਾ ਪਿਆਰ ਦਾ। ਤੇ ਮਾਰੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਦਇਆ। ਆਖੋ ਵਾਹਿਗੁਰੂ 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 ਵਾਹਿਗੁਰੂ। ਮਹਾਰਾਜ ਕਹਿੰਦੇ ਅਸੀਂ ਥੱਲੇ ਹੀ ਠੀਕ, ਅਸੀਂ ਨਾ ਸੋਫਿਆਂ 'ਤੇ ਨਹੀਂ ਬਹਿਣਾ। ਉਹ ਜਿਹੜੀ ਮੇਨ ਰਾਣੀ ਸੀ ਪਦਮਣੀ, ਬਹੁਤ ਸੁੰਦਰ ਜਵਾਨ। ਤੇ ਕਵੀ ਰਾਜ ਜੀ ਕਹਿੰਦੇ ਉਹ 16 ਸ਼ਿੰਗਾਰ ਕੀਤੇ ਉਹਨਾਂ, ਤੇ ਉਹਨਾਂ ਦੀਆਂ ਨਜ਼ਰਾਂ ਤੀਰ ਸਮਾਨ ਤਿੱਖੀਆਂ ਹਨ, ਪ੍ਰਵੱਟੇ ਟੇਢੇ ਹਨ ਜਿਵੇਂ ਕਮਾਨ ਹੁੰਦਾ ਹੈ। ਇਸ ਸੁੰਦਰਤਾ ਦੀ ਨਿਸ਼ਾਨੀ ਮੈਂ ਤੁਹਾਡੇ ਸਾਹਮਣੇ ਵੀ, ਕਈਆਂ ਦੇ ਪ੍ਰਵੱਟੇ ਨਾ ਗੋਲ ਹੁੰਦੇ ਆ, ਇਹਨੂੰ ਅੱਤ ਕਥਨੀ ਨਾ ਕਿਉਂ, ਸੁੰਦਰਤਾ ਮਹਾਰਾਜ ਦੀ। ਅੱਖਾਂ ਹੁੰਦੀਆਂ ਇਹ ਤਿੱਖੀਆਂ, ਨੱਕ ਵੀ ਤਿੱਖਾ, ਸਾਰਾ ਕਮਾਲ ਦਾ ਹੀ ਕਹਿ ਦਿਓ ਬੰਤਰ ਵੀ ਜਿਨ੍ਹਾਂ ਨੂੰ ਰੱਬ ਨੇ ਸਪੈਸ਼ਲ ਬਣਾਇਆ ਹੁੰਦਾ ਹੈ ਵੀ ਇੱਕ ਵਾਰੀ ਵੇਂਦਾ ਰਹਿ ਜਾਂਦਾ ਬੰਦਾ, ਇੰਨਾ ਸੋਹਣਾ। ਤੇ ਕਵੀ ਰਾਜ ਜੀ ਕਹਿੰਦੇ ਉਹਨਾਂ ਦੀਆਂ ਨਜ਼ਰਾਂ ਤੀਰਾਂ ਵਰਗੀਆਂ, ਪ੍ਰਵੱਟੇ ਜਿਹੜੇ ਗੋਲ ਕਮਾਨ ਵਰਗੇ ਹਨ। ਮਨ ਹੋ ਭੂਪ ਇਕ ਕੀਨ ਬਹਾਨਾ, ਆਵਾ ਮਦਨ ਕਰਨ ਪਤੀਅਨ। ਔਰ ਕਹਿੰਦੇ ਹਨ ਮਾਨੋ ਕਾਮਦੇਵੀ ਰੂਪ ਧਾਰ ਕੇ ਨਾ ਬਾਬੇ ਨਾਨਕ ਦੀ ਪਰਖ ਲੈਣ ਆਇਆ ਹੈ। ਜੈ ਅਰਬਿੰਦ ਬਿਲੋਚਨ ਰਾਜਤ, ਤਹ ਬੈਸੀ ਜਿਨ ਪਿਖ ਰਤ ਲਾਜਤ। ਕਹਿੰਦੇ ਜਿਹੜੀ ਮੇਨ ਰਾਣੀ ਸੀ ਸ਼ਿਵਨਾਭ ਰਾਜੇ ਦੀ, ਅਤੀ ਸੁੰਦਰ, ਉਹ ਉੱਥੇ ਜਾ ਕੇ ਬੈਠ ਗਈ ਜਿੱਥੇ ਗੁਰੂ ਨਾਨਕ ਸਾਹਿਬ ਬੈਠੇ, ਬਿਲਕੁਲ ਲਾਗੇ ਹੋ ਕੇ ਬੈਠ ਗਈ। ਕਰ ਕਮਲਨ ਸੋ ਚਰਨ ਮੁਕੰਦਾ, ਚਾਪਤ ਪੀਤਰ ਹਿਰਦੇ ਆਨੰਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਬਾਹਾਂ ਨੂੰ ਪਕੜ ਕੇ ਤੇ ਨੱਪਣ ਲੱਗ ਪਈ ਹੈ। ਭਾਵ ਉਹਨੇ ਆਪਣਾ ਜੋ ਉਹਨੂੰ ਹੁਕਮ ਹੋਇਆ ਸੀ ਉਹਨੇ ਸ਼ੁਰੂ ਕਰ ਦਿੱਤਾ। ਭਾਵ ਗੁਰੂ ਸਾਹਿਬ ਜੀ ਦੇ ਮੋਢੇ ਤੇ ਬਾਹਾਂ ਨੂੰ ਦਬਾਉਣਾ ਕੀਤਾ। ਮੰਦ ਮੰਦ ਕਰ ਮੁਖ ਮੁਸ਼ਕਾਵਨ, ਰਿਧਿ ਚਹਿਤ ਹੈ ਮਦਨ ਬੜਾਵਨ। ਛੱਡ ਗਏ ਭਾਈ ਸਾਹਿਬ ਜੀ,
ਪੜ੍ਹ ਦਿੱਤੀ। ਕਰ ਕਮਲਨ ਸੋ ਚਰਨ ਮੁਕੰਦਾ, ਚਾਂਪਤ ਹੀ ਧਰ ਹਿਰਦੈ ਮੁਕੰਦਾ। ਕਹਿੰਦੇ ਹਨ ਕਿ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਉਹਨੇ ਹੱਥ ਲਾਇਆ ਨਾ, ਉਹ ਵਿਕਾਰੀ ਸੀ, ਅੱਗੇ ਰੱਬ ਸੀ। ਜਦੋਂ ਹੱਥ ਲਾਇਆ ਤੇ ਹੁਣ ਗੁਰੂ ਨਾਨਕ ਸਾਹਿਬ ਦੀ ਬਾਣੀ ਕਹਿੰਦੀ, ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ। ਨਦਰ ਨਿਹਾਲ। ਤੇ ਗੁਰੂ ਸਾਹਿਬ ਜੀ ਦੇ ਤੇ ਅੱਖਾਂ ਪਾ ਦੇਣੇ। ਇਦਾਂ ਤਾਂ ਆਪਾਂ ਸਾਰੇ ਹੁਣ ਇਸ ਵੇਲੇ ਬੈਠੇ ਤੇ ਗੁਰੂ ਸਾਹਿਬ ਦੀ ਦ੍ਰਿਸ਼ਟੀ ਪੈ ਰਹੀ, ਤੇ ਗੁਰੂ ਸਾਹਿਬ ਕੋੜੇ ਤੇ ਨੇਤਰ ਪਾ ਦੇਣ ਤੇ ਚੰਦਨ ਵਰਗਾ ਸਰੀਰ। ਮਹਾਰਾਜ ਗੁੰਗੇ ਨੂੰ ਅੱਖਾਂ ਭਰ ਕੇ ਵੇਖਣ ਤੇ ਉਹਦਾ ਗਲਾ ਚੱਲ ਪੈਂਦਾ। ਮਹਾਰਾਜ ਅੰਨੇ ਨੂੰ ਅੱਖਾਂ ਭਰ ਕੇ ਵੇਖਣ ਤੇ ਉਹਦੇ ਨੇਤਰ। ਇੰਨੀ ਬਖਸ਼ਿਸ਼ ਹੈ, ਜਦੋਂ ਉਹਨੇ ਮਹਾਰਾਜ ਦੇ ਸਰੂਪ ਨੂੰ ਹੱਥ ਲਾਇਆ ਉਹਨੂੰ ਚਿਣਕ ਪੈਦਾ ਹੋਈ ਹੈ। ਭਾਵ ਅੰਦਰ ਉਹਦੇ ਆਨੰਦ ਹੀ। ਉਦਾਂ ਕਾਮ ਵਾਸ਼ਨਾ ਲੈ ਕੇ ਆਈ ਸੀ, ਪਰ ਉਹ ਸੁਮੇਲ ਹੁੰਦਿਆਂ ਹੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਦਇਆ ਦੇ ਦਾਤੇ ਸਭ ਦਾ ਭਲਾ ਕਰਦੇ ਹਨ। ਆਓ ਸੰਗਤੇ ਗਰੀਬ ਦੀ ਅਰਦਾਸ ਕਰ ਦੋ। ਰੋਜ਼ ਰੋਂਦਾ ਰਹਿੰਦਾ ਹੈ, ਸਾਰੇ ਕਹੋ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਮਹਾਰਾਜ ਸੱਚੇ ਪਾਤਸ਼ਾਹ ਕਰਮ ਕੋਈ ਇੰਨੀ ਤੇ ਭਾਵਨਾ ਆਪਣੀ ਨਹੀਂ, ਮਨ ਭਰ ਜਾਂਦਾ। ਸਵੇਰੇ 2:30-3 ਵਜੇ ਆ ਕੇ ਸਾਰੀ ਸੰਗਤ ਦੇ ਜੋੜੇ ਰੋਂਦਾ ਹੀ ਰਹਿੰਦਾ, ਮਹਾਰਾਜ ਮੈਨੂੰ ਬਖਸ਼ ਲਓ। ਇਹ ਕੋਈ ਪਿਛਲੇ ਕਾਰਜ ਤੇ ਜਿੱਥੋਂ ਤੱਕ ਮੇਰਾ ਦਿਲ ਕਹਿੰਦਾ ਵੀ ਹੁਣ ਇਹਦੀ ਭਗਤੀ ਪੂਰੀ ਹੋ ਜਾਣੀ। ਤੇ ਜਦੋਂ ਮਹਾਰਾਜ ਸਾਹਿਬ ਗੁਰੂ ਅਰਜਨ ਸਾਹਿਬ ਦੇ ਘਰ ਸੰਗਤ ਵਿੱਚ ਆਉਂਦਾ ਨਾ, ਤੇ ਅਗਲਾ ਜਨਮ ਮਹਾਰਾਜ ਨੇ ਪਤਾ ਨਹੀਂ ਕਿੱਡੀਆਂ ਕੁ ਬਾਦਸ਼ਾਹੀਆਂ ਦੇਣੀਆਂ। ਬਾਦਸ਼ਾਹ ਇਹ ਵੀ ਹੁੰਦਾ ਕਿਉਂਕਿ ਪਿਛਲੇ ਜਨਮਾਂ ਦਾ ਆਪਾਂ ਭੁਗਤ ਰਹੇ ਹਾਂ। ਹੈਗਾ ਤਾਂ ਇਹ ਵੀ ਇਨਸਾਨ ਹੈ, ਇਹ ਵੀ ਇਨਸਾਨ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਤਾਂ ਹੀ ਕਹਿੰਦੇ ਆ, ਭਾਈ ਬਾਜੋ। ਜਦੋਂ ਬੰਦੇ ਕੋ ਮਾਇਆ ਧਨ ਤਖਤ ਹੁੰਦਾ, ਬੰਦੇ ਤੋਂ ਗਲਤੀਆਂ ਹੋ ਜਾਂਦੀਆਂ। ਪਰ ਸਾਧ ਸੰਗਤ ਜੀ, ਮੈਂ ਕਈ ਵਾਰੀ 8 ਸਾਲ ਹੋ ਗਏ ਇਹਨੂੰ ਵੇਖਦਿਆਂ, ਨਾਗਾ ਨਹੀਂ ਪਾਉਂਦਾ। ਸਵੇਰੇ ਸ਼ਾਮ ਤੇ ਕੰਨਾਂ ਲੱਤਾਂ ਥਾਣੀ ਕੰਨ ਫੜ ਕੇ ਇਹਦੇ ਵੱਲ ਵੇਖ ਕੇ ਆਖੀਦਾ, ਮਹਾਰਾਜ ਕੁਛ ਨਹੀਂ ਚਾਹੀਦਾ। ਕਈ ਵਾਰੀ ਨਾ ਬੰਦਾ ਸੋਚਿਆ ਨਹੀਂ ਚ ਮੈਨੂੰ ਆਹ ਨਹੀਂ ਮਿਲਿਆ, ਮੈਨੂੰ ਆਹ ਨਹੀਂ। ਜਦੋਂ ਇੱਦਾਂ ਵੇਖੀਦਾ ਨਾ, ਘਰ ਦੇ ਵੀ ਕਹਿੰਦੇ ਮੰਜੇ ਤੋਂ ਫੁੱਟ ਉੱਚਾ ਬੁੜਕਦਾ ਰਾਤ। ਫਿਰ ਆਖੀਦਾ, ਸਤਿਗੁਰੂ ਤੂੰ ਸਾਨੂੰ ਬੜਾ ਹੀ ਕੁਝ ਦਿੱਤਾ, ਅਸੀਂ ਤਾਂ ਰੱਜਣਾ ਹੀ ਨਹੀਂ। ਅਸੀਂ ਤੇ ਉਦਣ ਠੰਡੇ ਹੋਣਾ ਜਿੱਦਣ ਮੜੀਆਂ 'ਚ ਚਲੇ ਗਏ। ਉਹ ਕਿਸੇ ਨੇ ਆਖਿਆ ਨਾ ਵੀ ਜਿਹੜੇ ਬੰਦੇ ਦੇ ਅਸਥੀਆਂ ਵਾ ਉਹ ਪਾਣੀ 'ਚ ਕਾਹਤੋਂ ਪਾਉਂਦੇ। ਕਿਸੇ ਨੇ ਹਾਸੇ ਨਾਲ ਜਵਾਬ ਦਿੱਤਾ, ਕਹਿੰਦਾ ਸਾਰੀ ਜ਼ਿੰਦਗੀ ਤ੍ਰਿਸ਼ਨਾ ਦੀ ਅੱਗ ਬਲਦੀ ਰਹੀ, ਉਹ ਬਾਅਦ 'ਚ ਤਾਂ ਪਾਈਆਂ ਵੀ ਕਿਤੇ ਅੱਜ ਹੀ ਠੰਡੀ ਹੋ ਜੇ। ਅੱਜ ਇੰਨੀ ਸੰਗਤ ਬੈਠੀ ਵਿੱਚੇ ਮੈਂ ਆਪਣੇ ਅੰਦਰ ਅੱਗ ਬਲਦੀ। ਹਾਏ ਮਹਾਰਾਜ ਸਾਡੀ ਸੁਣ ਲਾ, ਮਹਾਰਾਜ ਆਹ ਦੇ ਦੇ, ਆਹ ਦੇ ਦੇ। ਉਹ ਕਹਿੰਦਾ, ਕਮਲਿਓ ਤੁਹਾਨੂੰ ਮੈਂ ਆਪਣੀ ਗੋਦੀ 'ਚ ਥਾਂ ਦਿੱਤਾ, ਹੋਰ ਕੀ ਚਾਹੀਦਾ ਜੀ? ਤੁਸੀਂ ਜਾਣ ਕੇ ਭਜਦੇ ਨਰਕਾਂ ਨੂੰ, ਕੀ ਲੈਣਾ ਮਾਇਆ ਕੋਠੀਆਂ ਗੱਡੀਆਂ ਦੌਲਤਾਂ ਤੋਂ? ਰੋਣਾ ਹੀ ਹੈ। ਸ਼ੁਕਰ ਕਰਿਆ ਕਰੋ ਸਤਿਗੁਰੂ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇ ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋਏ ਹੋ। ਮੇਰੀਓ ਭੈਣੋ ਵੀਰੋ, ਜਿਹੜੇ ਤੰਦਰੁਸਤ ਆ ਨਾ, ਬਾਦਸ਼ਾਹ ਜੀ ਆ ਚੌਂਕੜਾ ਵੱਜਾ ਪਿਆ ਨਾ, ਮਾਰੇ ਕੋ ਬੈਠੇ ਆ, ਇਦੋਂ ਵੱਡੀ ਬਾਦਸ਼ਾਹੀ ਕਿਤੇ। ਸੋ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਨੇ ਹੱਥ ਲਾਇਆ ਤੇ ਉਹਨੇ ਗੁਰੂ ਸਾਹਿਬ ਦੇ ਸਰੀਰ ਨੂੰ ਜਦੋਂ ਨੱਪਣਾ ਕੀਤਾ ਤੇ ਆਨੰਦ ਆਇਆ ਹੈ, ਆਨੰਦ ਮਿਲਿਆ ਹੈ। ਮੰਦ ਮੰਦ ਕਰ ਮੁਖ ਮੁਸ਼ਕਾਵਨ, ਹਿਰਦੇ ਚੈਤ ਹੈ ਮਦਨ ਬੜਾਵਨ। ਉਹ ਜਿਹੜੀਆਂ ਨਾਲ ਆਈਆਂ ਸਨ ਨਾ, ਉਹ ਮਾੜਾ ਮਾੜਾ ਹੱਸਦੀਆਂ, ਮਾਰੇ ਨੂੰ ਸੈਨਤਾਂ ਮਾਰਦੀਆਂ। ਇੱਕ ਨਾ ਇਹਨੂੰ ਗਲਤ ਨਾ ਲਿਓ, ਜਦੋਂ ਮੈਰਿਜ ਹੁੰਦੀ ਨਾ ਬੰਦੇ ਦੀ, ਆਪਾਂ ਸਾਰੇ ਪੜ੍ਹੇ ਲਿਖੇ ਆ, ਹੁਣ ਜ਼ਮਾਨਾ ਉਹ ਨਹੀਂ। ਤੂੰ ਜਦੋਂ ਸਾਲੀਆਂ ਹੁੰਦੀਆਂ ਹੋਰ ਭੈਣਾਂ ਬੀਬੀਆਂ ਪਰ ਟੀਚਰਾਂ ਕਰਦੇ ਨਾ, ਇੱਕ ਦੂਜੇ ਨੂੰ ਮਜ਼ਾਕ ਕਰਦੇ ਐ ਵੀ ਤੂੰ ਠੀਕ ਹੈ, ਕਹਿ ਮੈਂ ਜੀਜਾ, ਇੱਦਾਂ ਹੱਸ ਖੇਡ ਲਈਦਾ। ਪੜ੍ਹੇ ਲਿਖੇ ਬੰਦੇ ਦੀ ਸੋਚ ਪਵਿੱਤਰ ਹੈ, ਸੋਚ ਨਾ ਮਾੜੀ ਹੋਵੇ, ਫਿਰ ਨਹੀਂ ਮਾਰੇ ਕਹਿੰਦੇ ਕੁਛ ਹੁੰਦਾ। ਹੁਣ ਬਾਹਰਲੇ ਲੋਕ ਪੜ੍ਹੇ ਲਿਖੇ ਹੈ, ਉਹ ਇਸ ਚੀਜ਼ ਤੋਂ ਉੱਚੇ ਉੱਠ ਗਏ। ਮੈਂ ਜੇ ਗਲਤ ਹੋਇਆ ਮੈਨੂੰ ਮਾਫ਼ ਕਰ ਦਿਓ। ਹੁਣ ਕਈ ਬੱਚੇ ਬਾਹਰੋਂ ਆਉਂਦੇ, ਮਤਲਬ ਕੱਪੜੇ ਬਹੁਤ ਘੱਟ ਪਾਉਂਦੇ, ਭੈਣਾਂ ਵੀ, ਪਰ ਉਹਨਾਂ ਦੀ ਥਿੰਕਿੰਗ ਇੰਨੀ ਵਧੀਆ ਹੁੰਦੀ, ਇੰਨੀ ਪਿਆਰੀ ਹੁੰਦੀ। ਸਾਡੇ ਉੱਤੇ ਭਾਵੇਂ 2 ਰਜਾਈਆਂ ਦੇ ਦਿਓ, 2 ਕੰਬਲ ਦੇ ਦਿਓ, ਉੱਤੋਂ ਸਾਨੂੰ ਚੰਗੀ ਤਰ੍ਹਾਂ 5-7 ਮੀਟਰ ਨਾਲ ਬੰਨ੍ਹ ਦਿਓ, ਅਸੀਂ ਉਹਦੇ ਵਿੱਚ ਦੀ ਵੀ ਵੇਖਣ ਪੈਣਾ। ਗੱਲ ਇੰਨੀ ਆ, ਗੱਲ ਅੰਦਰ ਦੇ ਜੇਨ ਦੀ ਹੈ ਤੇ ਮਾਸ ਹੀ ਹੈ। ਆ ਜਿਹੜਾ ਮੇਰਾ ਹੱਥ ਵੇਖੋ, ਤੁਹਾਡੇ ਵੀ ਹੱਥ, ਇਹੀ ਮਾਸ ਇੱਥੇ, ਇਹੀ ਬੋਡੀ ਤੇ ਹੈ ਤਾਂ ਕੁਛ ਨਹੀਂ, ਵਿੱਚ ਇਹਦੇ ਲਹੂ ਆ, ਹੈ ਨਾ।
ਉਹ ਲੋਕੀ ਸਟੱਡੀ ਇੰਨੀ ਕਰ ਗਏ, ਉਹ ਕਹਿੰਦੇ ਨੋਰਮਲ ਚੀਜ਼ਾਂ ਸਾਨੂੰ ਮਹਾਰਾਜ ਨੇ ਇੰਨਾ ਕੁਝ ਦੇ ਦਿੱਤਾ, ਸਾਡੀ ਧੌਣ ਨੂੰ ਭਾਵੇਂ ਵਲ ਪਿਆ ਉਹਨੇ ਡਾਕਟਰ ਨੇ ਤਾਂ ਬੱਧੀ ਹੋਵੇ ਵੀ ਆਸੇ ਪਾਸੇ ਨਹੀਂ ਵੇਖਣਾ, ਅਤੇ ਇੱਥੇ ਕੋਈ ਮੱਥਾ ਟੇਕਣ ਆਵੇ, ਕੋਈ ਬਾਹਰੋਂ ਪੜ੍ਹਿਆ ਲਿਖਿਆ ਕੱਪੜੇ ਘੱਟ ਤੇ ਐਂ ਕਰਕੇ ਵੇਖਣਗੇ ਚੰਗੇ ਗੌਰ ਨਾਲ। ਉਹ ਕਹਿੰਦਾ ਮਣਕਾ ਭਾਵੇਂ ਟੁੱਟ ਜੇ ਵੇਖਣਾ ਜ਼ਰੂਰ ਹੈ। ਗੱਲ ਅੰਦਰ ਦੀ। ਸਾਡਾ ਗੁਰੂ ਵੀ ਇਹੋ ਕਹਿੰਦਾ ਏ ਵੀ ਭਾਈ ਵੇਖਣੀ 'ਚ ਰੱਬ ਵੇਖ। ਹੁਣ ਜਪਜੀ ਸਾਹਿਬ ਕਿੱਥੋਂ ਸ਼ੁਰੂ ਹੁੰਦਾ? ਚੁੱਪੈ ਚੁੱਪ ਨ ਹੋਈ। ਕਹਿੰਦੇ ਹੁਣ ਮੰਨ ਲਾ ਤੂੰ ਇੱਦਾਂ ਬੈਠਾ ਰਵੇਂ, ਮੈਂ ਕਿਸੇ ਵੇਲੇ ਵੇਖਣਾ ਹੀ ਨਹੀਂ, ਤੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਤੇ ਬੈਠਾ ਰਹੋਗੇ, ਜਿਹੜਾ ਅੰਦਰ ਭੜਥੂ ਪਿਆ ਉਹਨੂੰ ਕੌਣ ਮਿਟਾਊਗਾ? ਚੁੱਪੈ ਚੁੱਪ ਨਾ ਹੋਈ ਜੀ। ਹੁਣ ਮੰਨ ਲਓ ਕੀਰੀ ਬੰਦਾ ਇੱਦਾਂ ਬਹਿੰਦਾ ਸਾਫ, ਅੱਖਾਂ ਬੰਦ ਹੈ, ਬੜਾ ਸੋਹਣਾ ਆਸਣ ਲੱਗਾ ਹੈ, ਇੱਦਾਂ ਹੀ ਕਾਜੀ ਸਾਹਿਬ ਦਾ ਲੱਗਾ ਸੀ ਅੰਤਰਜਾਮਤਾ, ਤੇ ਮਹਾਰਾਜ ਸਾਹਿਬ ਕਹਿੰਦੇ ਬਾਹਰੋਂ ਤੇ ਤੁਸੀਂ ਇੱਦਾਂ ਕੀਤਾ, ਅੱਖਾਂ ਬੰਦ ਕੀਤੀਆਂ, ਅੱਲਾ ਲਾ ਇਲਾਹਾ ਇਲੱਲਾ ਮੁਹੰਮਦ ਰਸੂਲ ਅੱਲਾ, ਤੇ ਅੰਦਰ ਘੋੜੇ ਖਰੀਦਣ ਗਏ ਉੱਥੇ ਕਾਬਲ ਕੰਧਾਰ ਦੇ ਵਿੱਚ। ਤੋ ਮਹਾਰਾਜ ਕਹਿੰਦੇ ਮੈਂ ਤੇ ਅੰਦਰਲੀ ਚੀਜ਼ ਪਕੜਨੀ ਤੁਹਾਡੀ, ਬਾਹਰ ਦੀ ਵਿਖਾਵੇ ਬਹੁਤ ਕਰਦੇ ਮੇਰੇ ਅੱਗੇ, ਐਡੀ ਮਾਲਾ ਪਾਈ ਹੈ, ਇੱਥੇ ਵੀ ਮਾਲਾ ਪਾਈ, ਇੱਧਰ ਵੀ ਮਾਲਾ, ਇੱਧਰ ਵੀ ਮਾਲਾ। ਤੇ ਜਦੋਂ ਪੁੱਛਿਆ ਵੀ ਇੱਕ ਓਂਕਾਰ ਦੇ ਅਰਥ ਕੀ ਆ, ਕਹਿੰਦਾ ਮੈਨੂੰ ਨਹੀਂ ਆਉਂਦੇ। ਤੇ ਇੱਕ ਬੰਦਾ ਗੁਸਤਾਖੀ ਮਾਫ ਕਰਿਓ ਕਲੀਨ ਸ਼ੇਪ ਹੈ, ਹਿੰਦੂ ਪਰਿਵਾਰ ਦਾ ਮੈਨੂੰ ਮਿਲਿਆ, ਉਹਨੇ ਬੋਦਾ ਬੱਧਾ, ਅਸੀਂ ਕਿਤੇ ਚੱਲੇ ਸੀ ਸਫ਼ਰ ਦੇ ਉੱਤੇ, ਸਾਰਾ ਸੁਖਮਨੀ ਸਾਹਿਬ ਜਵਾਨੀ ਯਾਦ, ਤੇ ਮੇਰੇ ਲਾਗੇ ਵਾਲੀ ਸੀਟ ਤੇ ਬਹਿ ਕੇ ਉਸ ਵੀਰ ਨੇ ਪਾਠ ਕੀਤਾ, ਤੇ ਮੈਂ ਵੇਖ ਕੇ ਹੈਰਾਨ ਹੋਇਆ। ਮੈਂ ਕਿਹਾ ਹੁਣ ਇੱਥੇ ਸਿੱਖੀ ਭੇਸ ਦੀ ਨਹੀਂ ਆ, ਸਿੱਖੀ ਕੱਪੜਿਆਂ ਦੀ ਨਹੀਂ ਆ, ਸਿੱਖੀ ਪੱਗਾਂ ਦੀ ਨਹੀਂ, ਸਿੱਖੀ ਭਾਵਨਾ ਦੀ ਹੈ। ਅਸੀਂ ਭਲਾ ਹੰਕਾਰ 'ਚ ਤੁਰੇ ਫਿਰੀਏ ਵੀ ਸਾਡੇ ਕੋਲ ਪਤਾ ਨਹੀਂ ਕੀ, ਜੇ ਕਿਤੇ ਪਿਆਰ ਵੇਖੀਏ ਤੇ ਪਰੇ ਤੋਂ ਪਰੇ ਸੰਗਤਾਂ। ਇੱਕ ਚੀਜ਼ ਹੋਰ ਕਹਿ ਦਿਆਂ, ਸਿੰਘ ਦੇ ਵਿੱਚ ਤੇ ਸਿੱਖ ਦੇ ਵਿੱਚ ਫਰਕ ਜੀ। ਸਿੰਘ ਉਹ ਬੈਠਾ ਨਿਹੰਗ ਸਿੰਘ, ਇਹ ਬਾਜਾਂ ਵਾਲੇ ਨੇ ਬਾਣਾ ਦਿੱਤਾ ਵਾ ਸਪੈਸ਼ਲ। ਇਹ ਸਿੰਘ ਦਾ ਭਾਵ ਆ ਵੀ ਉਹਦਾ ਦਾੜਾ ਸ਼ੇਰ ਦਾ ਦਾੜਾ ਹੁੰਦਾ ਨਾ, ਜਿਉਂਦੇ ਦਾ ਨਹੀਂ ਕੱਟ ਸਕਦਾ ਕੋਈ, ਮਰ ਕੇ ਭਾਵੇਂ ਕੱਟ ਦੇ ਵੱਖਰੀ ਵੱਲ। ਇਹ 1699 ਨੂੰ ਇਹ ਰੂਪ ਦਿੱਤਾ ਸਾਨੂੰ ਮਹਾਰਾਜ ਨੇ ਖਾਸ। ਜਦੋਂ ਭਾਈ ਜੈਤੇ ਨੂੰ ਪੁੱਛਿਆ ਸੀ ਨਾ, ਜੈਤਿਆ ਜਦੋਂ ਮੇਰੇ ਬਾਪੂ ਦਾ ਸਿਰ ਲੱਥਾ ਸੀ ਕਿੰਨੇ ਕੁ ਸੀ ਉੱਥੇ? ਤੇ ਜੈਤੇ ਨੇ ਆਖਿਆ ਸੀ ਬਾਬਾ ਬਹੁਤ ਸੀ। ਪਰ ਜਦੋਂ ਔਰੰਗਜ਼ੇਬ ਨੇ ਆਖਿਆ ਵੀ ਹੈ ਕੋਈ ਸਿੰਘ, ਹੈ ਕੋਈ ਸਿੱਖ ਜਿਹੜਾ ਅੱਗੇ ਆ ਕੇ ਸਿਰ ਚੁੱਕ ਸਕੇ ਗੁਰੂ ਤੇਗ ਬਹਾਦਰ ਦਾ, ਕਹਿਣ ਲੱਗੇ ਸਾਰੇ ਪਛਾਣ ਮੁੜ ਗਏ। ਤੇ ਉਹਨੇ ਫਿਰ ਆਵਾਜ਼ਾਂ ਮਾਰੀਆਂ ਵੀ ਹੈਗਾ ਕੋਈ ਤੁਹਾਡੇ 'ਚ ਕਿ ਮੁਰਦੇ ਆ? ਭਾਈ ਜੈਤਾ ਕਹਿੰਦੇ ਫਿਰ ਮਹਾਰਾਜ ਉੱਥੇ ਖੇਡ ਵਰਤਾਈ ਗੁਰੂ ਸਾਹਿਬ ਨੇ ਵੀ ਹਨੇਰ ਛੁੱਟਿਆ, ਝੱਖੜ ਚੱਲਿਆ ਤੇ ਧਰਤੀ ਅਸਮਾਨ ਦੀ ਤਾੜੀ ਵੱਜੀ, ਇੰਨੀ ਤੇਜ਼ ਤੂਫਾਨ ਆਇਆ। ਤੇ ਫਿਰ ਮੈਂ ਜਕਾਰਾ ਛੱਡ ਕੇ ਆਖਿਆ ਵੀ ਹੈਗਾ ਵਾ ਤੇ ਲੈ ਕੇ ਵੀ ਜਾਊਗਾ। ਕਹਿੰਦੇ ਮੈਂ ਛਾਲ ਮਾਰ ਕੇ ਚੌਂਕ 'ਚੋਂ ਸੀਸ ਚੁੱਕਿਆ ਤੇ ਉਹਨਾਂ ਦੀਆਂ ਅੱਖਾਂ ਸਾਹਮਣੇ ਕੁਦਰਤ ਨੇ ਘੱਟਾ ਕੀਤਾ ਤੇ ਮੈਂ ਸੀਸ ਲੈ ਕੇ ਤੇ ਅੱਖਾਂ ਸਾਹਮਣੇ ਗੁੰਮ ਹੋਇਆ। ਲੱਖੀ ਸ਼ਾਹ ਵਣਜਾਰੇ ਨੇ ਧੜ ਚੁੱਕਿਆ। ਇਹ ਕਥਾ ਹੈ ਜਦੋਂ ਝੱਖੜ ਮੱਠਾ ਹੋਇਆ ਤੇ ਉਹਨੇ ਚੌਂਕ ਵੇਖਿਆ ਤੇ ਚੌਂਕ ਖਾਲੀ, ਨਾ ਬਾਬੇ ਦਾ ਧੜ ਤੇ ਨਾ ਬਾਬੇ ਦਾ ਸੀਸ। ਉਹਨੇ ਆਖਿਆ ਮੈਂ ਸੋਨੇ 'ਚ ਤੋਲੂੰਗਾ ਉਸ ਬੰਦੇ ਨੂੰ ਜਿਹੜਾ ਧੜ ਤੇ ਸੀਸ ਲੱਭੇ। ਇੱਧਰ ਲੱਖੀ ਸ਼ਾਹ ਵਣਜਾਰੇ ਨੇ ਘਰ ਨੂੰ ਚਰਾ ਕੇ ਬਾਪੂ ਦਾ ਸਰੂਪ ਘਰ ਨੂੰ ਲਾ ਕੇ ਅੱਗ ਤੇ ਬਾਹਰ ਦੋਵੇਂ ਜੀ ਬਹਿ ਕੇ ਬਾਣੀ ਪੜ੍ਹਦਾ ਤੇ ਜੈਤਾ ਲੈ ਕੇ ਸੀਸ ਦਿੱਲੀ ਤੋਂ ਚੱਲਦਾ ਹੋਇਆ ਟਾਂਗਰੀ ਨਦੀ ਲੰਘ ਕੇ ਨਾਭਾ ਸਾਹਿਬ ਅੰਬਾਲਾ ਕੀਰਤਪੁਰ ਧਰਤੀ ਨੂੰ ਹੁੰਦਾ ਹੋਇਆ ਇੱਧਰ ਆ ਗਿਆ। ਉਦੋਂ ਫਿਰ ਬਾਬੇ ਬਾਜਾਂ ਵਾਲੇ ਦੇ ਮੁਖ 'ਚੋਂ ਨਿਕਲਿਆ ਸੀ ਜੈਤਿਆ ਕੋਈ ਪਛਾਣ ਹੀ ਨਹੀਂ ਹੈਗੀ ਮੇਰੇ ਸਿੰਘਾਂ ਦੀ, ਕਿਉਂਕਿ ਸਿੱਖ ਸ਼ਬਦ ਜਿਹੜਾ ਨਾ ਸਿੱਖ 'ਚ ਸਾਰੇ ਆ ਜਾਂਦੇ, ਗੋਰੇ ਜੈਨੀ ਬੋਧੀ ਈਸਾਈ। ਸਿੱਖ ਦੀ ਡੈਫੀਨੇਸ਼ਨ ਹੈ ਜਿਹੜਾ ਸਿੱਖ ਦਾ ਰਵੇ, ਕਿਰਤ ਕਰੇ ਨਾਮ ਜਪੇ। ਤੇ ਸਿੱਖ ਦੀ ਤੁਹਾਨੂੰ ਮੈਂ ਅੱਜ ਕਹਿ ਦਿੰਦਾ, ਮੇਰੇ ਰਹਿੰਦੀ ਨਹੀਂ ਦੀ, ਅਸੀਂ ਗਏ ਜਲੰਧਰ ਗਏ, ਗੁਰੂ ਘਰ ਦਾ ਸਮਾਨ ਸੀ ਤੇ ਜਿੰਨਾ ਕੁਝ ਸਮਾਨ ਲਿਆ ਉਹਨਾਂ ਪੱਗਾਂ ਬੱਧੀਆਂ। ਗੁੱਸਾ ਇੱਥੋਂ ਆਉਂਦਾ ਲਾਈਵ ਚੱਲਣ ਦਿਆ, ਮਾਫੀ ਦਿਓ। ਉਹਨਾਂ ਨੇ ਪੱਗ ਬੱਧੀਆਂ ਦੋ ਤਿੰਨਾਂ ਨੇ, ਤੇ ਜਿਹੜੀ ਚੀਜ਼ 400 ਦੀ 1200 ਦੀ ਲਾਈ। ਉੱਥੋਂ 5 ਦੁਕਾਨਾਂ ਛੱਡ ਕੇ ਅਸੀਂ ਇੱਕ ਭਈਏ ਦੀ ਦੁਕਾਨ ਹੈ, ਹੁਣ ਇਹਨੂੰ ਗੌਰ ਨਾਲ ਸੁਣਿਓ, ਹੰਕਾਰ ਕਿੱਡਾ ਸਾਨੂੰ ਸਿੱਖੀ ਦਾ। ਸਿੱਖ ਕਿੱਥੇ ਹੈ? ਤੇ ਉਹਨਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਭਾਈ ਸਾਹਿਬ ਇਹ ਜਿਹੜੀ ਚੀਜ਼ ਕਿੰਨੇ ਦੀ? ਉਹ ਕਹਿੰਦੇ ਸਿੰਘ ਸਾਹਿਬ ਗੁਰਦੁਆਰੇ ਲਿਜਾਣੀ, ਘਰੇ ਪਰ ਗੁਰਦੁਆਰੇ। ਕਹਿੰਦੇ ਉੱਦਾਂ 600 ਤੁਸੀਂ 400 ਦੇ ਦਿਓ। ਤੇ ਮੈਂ ਕਿਹਾ ਮੇਰੇ ਨਾਲ ਸਿੰਘ ਸੀ ਵੀ ਉਧਰ ਪੱਗਾਂ ਬੱਧੀਆਂ ਅੰਮ੍ਰਿਤ ਛਕੇ, ਫਿਰ ਦੁੱਖ ਰੋਣਾ ਕਿੱਥੋਂ ਆਉਂਦਾ ਸਾਨੂੰ? ਉਹੋ ਹੀ ਸੇਮ ਚੀਜ਼ ਉਹ ਭਈਆ ਬੰਦਾ, ਉਹਨੇ ਗੁਰਦੁਆਰੇ ਦਾ ਨਾਂ ਸੁਣਿਆ, ਕਹਿੰਦਾ ਜੀ ਬਾਬਾ ਜੀ 400।
ਤੇ ਹੁਣ ਕੀ ਕਹੋਗੇ? ਸਾਡੇ ਤੋਂ ਲੋਕਾਂ ਦਾ ਕਿਉਂ ਭਰੋਸਾ ਉੱਠਦਾ ਜਾਂਦਾ? ਇਸੇ ਕਰਕੇ ਸਾਧ ਸੰਗਤ ਜੀ ਦੁੱਖ ਆਉਂਦਾ ਹੈ। ਤੇ ਉਦੋਂ ਅੱਗੇ ਅਸੀਂ ਆਏ ਇੱਕ ਰੇਹੜੀ ਤੋਂ, ਇਹ ਨੋਰਮਲ ਗੱਲਾਂ, ਜੂਸ ਪੀਤਾ ਤੇ ਉਹਨੇ 60 ਰੁਪਏ ਮੰਗੇ ਤੇ ਉਹ ਜੁੜ ਕੇ ਨਾ 70 ਚਲੇ ਗਏ। ਸਿੱਖੀ ਕਿਹਨੂੰ ਮੈਂ ਦੱਸਣ ਲੱਗਾ ਵੀ ਸਿੱਖੀ ਕੀ ਆ? ਪਖੰਡ ਦੀ ਥੋੜਾ ਸਿੱਖੀ ਹੈ ਵੀ ਪਾਪਾ ਐਡੀ ਪੱਗ ਬੰਨ ਲਓ ਤੇ ਲੋਕਾਂ ਨੂੰ ਦਬਕੇ ਮਾਰੀ ਜਾਓ। ਉਹ 70 ਰੁਪਏ ਚਲੇ ਗਏ। ਅਸੀਂ ਗੱਡੀ ਤੋਰ ਲਈ ਤੇ ਉਹਨੇ ਪਿੱਛੋਂ ਗੱਡੀ ਖੜਕਾਈ, ਨਾਲ ਕਹਿੰਦੇ ਜੀ ਪਿੱਛੇ ਬੁਲਾਉਂਦੇ। ਜਦੋਂ ਬਾਰੀ ਖੁੱਲੀ ਕਹਿੰਦੇ ਸਿੰਘ ਸਾਹਿਬ ਤੁਹਾਡੇ 10 ਰੁਪਏ ਵੱਧ ਆ ਗਏ। ਆਹ ਸਿੱਖੀ ਹੈ। ਸਾਨੂੰ ਮਹਾਰਾਜ ਨੇ ਕਦੇ ਵੀ ਲਾਗੇ ਨਹੀਂ ਲਾਉਣਾ, ਕਿਉਂਕਿ ਅਸੀਂ ਮਹਾਰਾਜ ਦੇ ਨਾਂ ਦੇ ਉੱਤੇ ਬਹੁਤ ਕੁਝ ਗਲਤ ਕਰ ਰਹੇ। ਤੇ ਮੈਂ ਸੋਚਿਆ, ਮੈਂ ਕਿਹਾ ਅਸੀਂ ਕਿਹਨੇ ਪੰਜਾਬ ਵਿਹਲਾ ਹੋ ਚੱਲਿਆ, ਇਹ ਕੋਈ ਪਤਾ ਨਹੀਂ ਉਹਨੇ ਭਈਆਂ ਨੂੰ ਕਿੱਦਾਂ ਦੇ ਸਿੱਖ ਬਣਾ ਦੇਣਾ, ਸਮਝ ਹੀ ਨਹੀਂ ਲੱਗਦੀ। ਕਿਉਂਕਿ ਉਹਦੀ ਬਾਣੀ ਹੈ ਨਾ, ਅਵਲ ਅੱਲਾ ਨੂਰੇ ਪਾਇਆ ਕੁਦਰਤ ਕੇ ਸਭ ਬੰਦੇ। ਹੈਰਾਨੀ ਆ ਗਈ ਵੀ 10 ਰੁਪਏ ਵੱਧ ਚਲੇ ਗਏ। ਤੇ ਬਾਤ ਭੱਜ ਕੇ ਆਇਆ 4 ਕਦਮ, ਸਾਹ ਚੜ ਕੇ, ਜੀ ਤੁਹਾਡੇ ਵੱਧ ਹੈ। ਇੱਥੇ ਲੱਖਾਂ ਹੀ ਖਾ ਕੇ ਕਹਿੰਦੇ ਬਾਬਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਲੇ। ਇਹਨੂੰ ਸਿੱਖੀ ਆਖਿਆ। ਸਿੱਖੀ ਤੇ ਸਿੰਘ 'ਚ ਫਰਕ ਹੈ। ਸਿੱਖ ਵਿੱਚ ਸਾਰੇ ਹੀ ਆ ਜਾਂਦੇ ਆ, ਮੋਨਾ ਵੀ ਘੋਨਾ ਵੀ। ਸਿੱਖ ਦਾ ਭਾਵ ਸੀ ਭਾਈ ਭਗੀਰਥ ਵਰਗੇ, ਮਨਸੁਖ ਵਰਗੇ, ਮਰਦਾਨਾ ਮਿਰਾਸੀ ਹੈ ਆਦਿਕ ਜਿੰਨੇ ਵੀ ਸਨ। ਸਿੱਖੀ ਦਾ ਭਾਵ ਹੈ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ। ਹਾਂ, ਮਹਾਰਾਜ ਨੇ ਇੰਨੇ ਕੁ ਬਚਨ ਕਹਿਤੇ ਸੀ ਵੀ ਕੇਸ ਸੁੱਚੇ ਰੱਖਣੇ, ਅੰਮ੍ਰਿਤ ਵੇਲਾ ਨਹੀਂ ਤਿਆਗਣਾ ਤੇ ਘਰ ਆਏ ਨੂੰ ਮੋੜਨਾ ਨਹੀਂ। ਸਿੱਖੀ ਕਮਾ ਸਕਦਾ ਕੋਈ, ਪਰ ਸਿੰਘ ਜਿਹੜਾ ਸ਼ਬਦ ਹੈ ਇਹ 1699 ਨੂੰ ਮਹਾਰਾਜ ਨੇ ਜਨਮ ਦਿੱਤਾ ਖਾਲਸੇ ਨੂੰ। ਉਹ ਫਿਰ ਮਹਾਰਾਜ ਨੇ ਕਿਹਾ ਸੀ ਵੀ ਇੱਦਾਂ ਦਾ ਸਾਜੂਗਾ ਹੁਣ ਜੈਤਿਆ, ਲੱਖਾਂ ਦੇ ਵਿੱਚ ਖੜੋਤਾ ਇਹ ਨਹੀਂ ਕਹਿ ਸਕਦਾ ਵੀ ਮੈਂ ਗੁਰੂ ਦਾ ਸਿੰਘ ਨਹੀਂ ਹਾਂ, ਮੈਂ ਬਾਣਾ ਹੀ ਇੱਦਾਂ ਦਾ ਦੇ ਦੇਣਾ ਏ। ਹੁਣ ਆਪਾਂ ਸਾਰੇ ਬੈਠੇ ਐ, ਨਿਹੰਗ ਸਿੰਘ ਬੈਠਾ ਏ, ਕਹਿ ਦਊਗਾ ਮੈਂ ਗੁਰੂ ਕਾ ਸਿੰਘ ਨਹੀਂ, ਭਾਵੇਂ ਨਾਮ ਹੀ ਹੋਵੇ, ਕਿਉਂਕਿ ਬਾਣੇ ਤੋਂ ਪਤਾ ਲੱਗ ਜਾਣਾ ਸਿੰਘਣੀ ਸਿੰਘ ਦਾ। ਇਸੇ ਤਰ੍ਹਾਂ ਹੀ ਮਹਾਰਾਜ ਨੇ ਖਾਸ ਰੂਪ ਦਿੱਤਾ, ਵੱਖਰਾ ਨਿਰਾਲਾ, ਵੀ ਲੋਕ ਨਹੀਂ ਸਕਦੇ ਹੁਣ ਅੱਜ ਤੋਂ ਬਾਅਦ ਇੱਦਾਂ ਦੇ ਤਿਆਰ ਕਰੂੰਗਾ। ਇਸ ਕਰਕੇ ਸਿੱਖ ਦੇ ਵਿੱਚ ਤੇ ਸਿੰਘ ਦੇ ਵਿੱਚ ਬਹੁਤ ਫਰਕ ਆ। ਇੱਥੇ ਬਹੁਤ ਸੰਗਤਾਂ ਆਉਂਦੀਆਂ ਭਾਵਨਾ ਵਾਲੀਆਂ, ਜਿਹੜੇ ਗੁਰੂ ਨਾਨਕ ਦੇ ਸਿੱਖ ਬਣਨਾ ਚਾਹੁੰਦੇ। ਗੁਰੂ ਨਾਨਕ ਸਾਹਿਬ ਨੇ ਕੌਡੇ ਰਾਖਸ਼ ਨੂੰ ਵੀ ਸਿੱਖ ਬਣਾਇਆ। ਉਹ ਰਾਖਸ਼ ਸੀ, ਦੰਦ ਉਹਦੇ ਲੰਮੇ ਸੀ, ਵਾਲ ਜੁੜੇ ਪਏ ਸੀ, ਕਿੰਨਾ ਬੁਰਾ ਹਾਲ ਸੀ, ਬੰਦੇ ਖਾ ਜਾਂਦਾ ਸੀ ਬੰਦੇ। ਤੇ ਮਹਾਰਾਜ ਸਾਹਿਬ ਨੇ ਉਹਨੂੰ ਇੰਨਾ ਕੁ ਪਿਆਰ ਕੀਤਾ, ਕਹਿੰਦੇ ਹੁਣ ਬੰਦੇ ਨਹੀਂ ਖਾਣੇ, ਹੁਣ ਤੂੰ ਫੁਲਕਾ ਪ੍ਰਸ਼ਾਦਾ ਛਕਿਆ ਕਰ, ਤੇ ਜਿਹੜਾ ਤੇਰੇ ਕੋ ਆਊਗਾ ਉਹਨੂੰ ਰਾਤ ਰੱਖੀ, ਉਹਦੀਆਂ ਲੱਤਾਂ ਘੁੱਟੀ, ਸਿਰ 'ਚ ਤੇਲ। ਇੱਥੇ ਆ ਕੇ ਕੰਮ ਹੁੰਦਾ ਆਇਆ ਤੁਹਾਨੂੰ ਚੇਤਾ ਵੀ ਨਹੀਂ ਹੋਣਾ ਨਾ ਅੱਜ ਜਕਾਰੇ ਦਾ, ਇੱਥੇ ਲੱਗਣਾ ਸੀ। ਅੱਜ ਚੜ੍ਹਦੀ ਕਲਾ ਦਾ ਜਕਾਰਾ ਹੈ, ਕਿਉਂਕਿ ਮਹਾਰਾਜ ਨੇ ਉਹਨੂੰ ਕਿਹਾ ਤੂੰ ਸਿਰ 'ਚ ਤੇਲ 'ਚ ਸੀ। ਗੁਰੂ ਮਹਾਰਾਜ ਨੇ ਸਰਾਵਾਂ ਦਾ ਜਨਮ ਤਾਂ ਹੀ ਹੋਇਆ ਨਾ ਗੁਰਦੁਆਰੇ 'ਚ, ਸਰਾਵਾਂ ਦੇ ਅਰਥ ਡੂੰਘੇ ਸੀ। ਚਲੋ ਅੱਜ ਵਕਤ ਨਹੀਂ ਰਿਹਾ। ਸਰਾਂ ਦਾ ਮਤਲਬ ਸੀ ਥੱਕਿਆ ਟੁੱਟਿਆ ਹੋਵੇ। ਗੁਰੂ ਅਰਜਨ ਸਾਹਿਬ ਦੀ ਕਥਾ ਸੁਣੀ ਤੁਸੀਂ, ਮਹਾਰਾਜ ਨੇ ਆਪ ਸੰਗਤਾਂ ਦੇ ਚਰਨ ਘੁੱਟੇ, ਪੱਖਾ ਝੱਲਿਆ ਮਾਤਾ ਗੰਗਾ ਨੇ। ਗੁਰੂ ਘਰ ਦਾ ਫਰਲਾ ਜਿਹੜਾ ਚੋਲਾ ਚੜਾਉਣੇ ਨਾ ਤੁਸੀਂ 2,500-3 ਹਜ਼ਾਰ ਦਾ ਸ਼ਹੀਦਾਂ ਸਿੰਘਾਂ ਦਾ, ਉਹ ਇੱਦਾਂ ਇੱਦਾਂ ਕਰਕੇ ਕਹਿੰਦਾ ਵੀ ਆ ਜਾਓ ਜਿਹਨੂੰ ਹਨੇਰਾ ਹੋ ਗਿਆ। ਤੇ ਜੇ ਤੇ ਅੱਜ ਵੀ ਗੁਰੂ ਘਰ 'ਚ ਭਾਵਨਾ ਵਾਲਾ ਸਿੱਖ ਬੈਠਾ, ਆਏ ਗਏ ਯਾਤਰੂ ਨੂੰ ਗਰਮ ਪ੍ਰਸ਼ਾਦਾ, ਪੱਖਾ ਚਲਾ ਕੇ, ਭਾਈ ਸਾਹਿਬ ਦਵਾਈ ਦੀ ਲੋੜ ਨਹੀਂ, ਤੇ ਮੇਰਾ ਗੁਰੂ ਅਰਜਨ ਸਾਹਿਬ ਲੱਭ ਕੇ ਉਸ ਸਿੱਖ ਨੂੰ ਮਿਲੂਗਾ। ਮੇਰੇ ਨਾਲ ਜ਼ਿੰਦਗੀ 'ਚ ਇਹ ਮੌਕਾ ਮਿਲਿਆ, ਮੈਂ ਤਾਂ ਕਿ ਨਾ ਤੁਹਾਨੂੰ ਵੀ ਮਿਲੇ। 2 ਸਾਲ ਪਹਿਲਾਂ ਦੀ ਗੱਲ ਹੈ, ਇੱਥੇ ਨਾ ਲੱਕੜਾਂ ਕੱਟਣ ਵਾਲੇ ਆਏ, ਜਿਹੜੇ ਉਹ ਮੁਸਲਮਾਨ ਹੁੰਦੇ ਆ ਕਸ਼ਮੀਰ 'ਚੋਂ। ਤੇ ਮੈਂ ਵੈਸੇ ਹੀ ਉੱਠਿਆ 10:30 ਦਾ ਟਾਈਮ, ਤੇ ਉਹ ਬੱਚਾ ਬੈਠਾ ਮੈਨੂੰ ਕਹਿੰਦਾ ਭਾਈ ਸਾਹਿਬ ਮੇਰਾ ਸਿਰ ਬੜਾ ਦਰਦ ਹੋ ਰਿਹਾ, ਬੜਾ ਸਿਰ ਦਰਦ ਹੋ ਰਿਹਾ। ਜਿੱਦਾਂ ਆਪਾਂ ਆਪਣੇ ਭੈਣ ਭਰਾਵਾਂ ਨੂੰ ਕਰਦੇ ਨਾ, ਫਿਰ ਸਾਰਿਆਂ 'ਚ ਰੱਬ ਹੈ। ਤੇ ਹੋ ਸਕਦਾ ਮੈਂ ਸੇਵਾ ਨਾ ਕਰਦਾ, ਤੇ ਮੈਨੂੰ ਯਾਦ ਆ ਗਈ, ਮੈਂ ਕਥਾ ਸੁਣਾਈ ਵੀ ਗੁਰੂ ਅਰਜਨ ਸਾਹਿਬ ਨਾ ਭੇਸ ਬਦਲ ਕੇ ਆਪਣਾ ਕਾਬਲ ਤੋਂ ਸੰਗਤ ਆਈ ਤੇ ਥੋੜ੍ਹੀ ਦੂਰ ਰੁਕ ਗਏ, ਤੇ ਮਹਾਰਾਜ ਨੇ ਇੱਦਾਂ ਮੁੱਖ ਤੇ ਕੱਪੜਾ ਬੰਨ ਲਿਆ ਤੇ ਬੁੱਕਲ ਮਾਰ ਕੇ ਤੇ ਮਾਤਾ ਗੰਗਾ ਨੂੰ ਕਹਿੰਦੇ ਟੋਕਰਾ ਭਰੋ ਪ੍ਰਸ਼ਾਦਿਆਂ, ਪਤਾ ਨਾ ਲੱਗੇ। ਮਹਾਰਾਜ ਨੇ ਇੱਦਾਂ ਦਾ ਭੇਸ ਬਣਾ ਲਿਆ ਵੀ ਸੰਗਤ ਬੜੀ ਦੂਰੋਂ ਆਈ, ਸੇਵਾ ਕਰਨੀ ਆ। ਆ ਜਿਹੜੀ ਤੁਸੀਂ ਦੇਖਦੀ ਆ ਸ਼ੁਰੂ ਕੀਤੀ ਹੈ ਨਾ, ਬਹੁਤ ਵੱਡੀ ਸੇਵਾ ਹੈ। ਕਿੰਨੀਆਂ ਰੂਹਾਂ ਨੇ ਗਰਾਈ ਛਕਣੀ ਆ, ਕਿਤੇ ਆਪਣਾ ਭਲਾ ਹੋ ਜਾਣਾ। ਚਲੋ ਗੁਰੂ ਦੇ ਇਤਿਹਾਸ 'ਚੋਂ ਨਿਕਲਿਆ ਬਚਨ ਹੈ। ਸੋ ਗੁਰੂ ਪਾਤਸ਼ਾਹ ਮਹਾਰਾਜ ਨੇ ਆਪ ਭੇਸ ਬਦਲਿਆ ਤੇ ਉਹਨੂੰ ਨਾ 2 ਗੋਲੀਆਂ ਦਿੱਤੀਆਂ। ਮੈਨੂੰ ਅਜੇ ਵੀ ਯਾਦ, ਮੈਂ ਪਰਉਪਕਾਰ ਜਤਾਉਂਦਾ ਨਹੀਂ, ਤੁਹਾਨੂੰ ਕਿੰਨਾ ਮੌਕਾ ਮਿਲੇ ਖਰੇ ਤਾਂ ਹੀ ਅੱਜ ਮਹਾਰਾਜ ਨੇ ਇੰਨਾ ਤੁਹਾਡਾ ਪਿਆਰ ਬਖਸ਼ਿਆ।
ਤੇ ਉਹ ਕਹਿੰਦਾ ਜੀ ਮੇਰਾ ਸਿਰ ਨਹੀਂ ਹਟ ਰਿਹਾ। 7 ਜਣੇ ਉਹਦੇ ਸਰੋਂ ਦੀ ਬੋਤਲ ਪਈ ਸੀ ਤੇਲ ਦੀ, ਮੈਂ ਕੌਲੀ ਭਰ ਕੇ ਲਾਇਆ ਤੇ ਕਹਿੰਦੇ ਇਹ ਕੀ ਆ, ਮੈਂ ਪੀਣਾ ਨਹੀਂ। ਮੈਂ ਕਿਹਾ ਪੀਣਾ ਨਹੀਂ, ਲਾਉਣਾ ਏ। ਹੁਣ ਉਹ ਕਿਹੜਾ ਮੇਰਾ ਲਹੂ ਦਾ ਰਿਸ਼ਤਾ ਸੀ। ਅੱਜ ਇਹ ਵੱਡਾ ਜੱਬ ਪੈ ਗਿਆ ਨਾ, ਇੱਕ ਮੋਹ ਆ, ਇਹ ਜੱਟ ਹੈ ਸ਼ਿੰਬਾ ਲਾਈ, ਸਾਡੀ ਬਰਾਦਰੀ ਹੈ ਤੇ ਭਲਾ ਕਰੋ, ਦੂਜੀ ਹੈ ਤੇ ਬੇੜਾ ਗਰਕ ਕਰ ਦਿਓ। ਤੇ ਫਿਰ ਗੁਰਦੁਆਰੇ ਕਾਹਤੋਂ ਮੱਥਾ ਟੇਕਣ ਆਉਂਦੇ ਜੀ? ਫਿਰ ਕਾਹਤੋਂ ਕਹਿੰਦੇ ਜੀ ਸਭਨਾ ਜੀਆਂ ਕਾ ਇੱਕ, ਫਿਰ ਕਾਹਤੋਂ ਕਹਿੰਦੇ ਜੀ ਜੀਆਂ ਕਾ ਇੱਕ ਦਾਤਾ। ਅੱਜ ਵੀ ਯਾਦ ਹੈ ਮੈਨੂੰ, ਇੰਨਾ ਸਕੂਨ ਆਇਆ। ਮੈਂ ਕਿਹਾ ਤੂੰ ਮੇਰਾ ਵੀਰ ਹੈ। ਉਹਦੀ ਅੱਖਾਂ 'ਚ ਪਾਣੀ ਆ ਗਿਆ। ਮੈਂ ਕਿਹਾ ਬਹਿ ਥੱਲੇ, ਮੈਂ ਵੀ ਵਿਹਲਾ ਹੀ ਹਾਂ। ਅੱਧੀ ਕੌਲੀ ਸਰੋਂ ਦੇ ਤੇਲ ਦੀ ਉਹਦੇ ਸਿਰ ਦੇ ਵਿੱਚ ਚਸਦੀ, ਪਤਾ ਨਹੀਂ ਕਦੋਂ ਕਦਾ ਵਿਚਾਰੇ ਨੇ ਲਾਇਆ। ਗਰੀਬੀ ਦੇ ਮਾਰੇ ਆਏ ਲੱਕੜਾਂ ਕੱਢਦੇ। ਅਗਲੇ ਦਿਨ ਉਹ ਮਿਲਿਆ ਤੇ ਜੱਫੀ ਪਾ ਕੇ ਕਹਿੰਦਾ ਭਾਈ ਜਾਨ ਮੈਨੂੰ ਪਤਾ ਹੀ ਨਹੀਂ ਮੈਂ ਕਿੱਥੇ ਪਿਆ ਰਿਹਾ। ਮੈਂ ਕਿਹਾ ਫਿਰ ਮੇਰਾ ਨਾ ਧੰਨਵਾਦ ਕਰ, ਜਿਹਦੇ ਘਰ ਬੈਠਾ ਉਹਦਾ ਕਰ। ਇਹ ਗੁਰੂ ਨਾਨਕ ਦਾ ਘਰ ਹੈ। ਮੇਰੇ ਗੁਰੂ ਅਰਜਨ ਸਾਹਿਬ ਨੇ ਆਖਿਆ ਸਾਡਾ ਫਰਜ਼ ਹੈ ਜੋ ਦੀਸੈ ਗੁਰਸਿੱਖ ਦਾ। ਗੁਰਸਿੱਖ ਦਾ ਫਰਜ਼ ਹੈ ਹਰ ਕਿਸੇ ਦੀ ਮਦਦ ਕਰੇ, ਸਿੱਖੀ ਇਹਨੂੰ ਕਹਿੰਦੇ ਹੈ। ਤਾਂ ਕਰਕੇ ਈਸਾਈ ਕਸਾਈ ਹਿੰਦੂ ਜੈਨੀ ਬੋਧੀ ਜਿੰਨੇ ਵੀ ਸੀ ਆਪ ਆ ਕੇ ਕਹਿੰਦੇ ਸੀ ਬਾਬਾ ਸਾਨੂੰ ਸਿੱਖੀ। ਅੱਜ ਆਪਾਂ ਤਰਲੇ ਲੈਂਦੇ ਨਾ ਤੁਸੀਂ ਈਸਾਈ ਬਣ ਗਏ ਤੁਸੀਂ, ਤੇ ਉਹ ਸਮਾਂ ਕਿੱਦਾਂ ਦਾ ਜਦੋਂ ਦੂਜੇ ਆ ਕੇ ਕਹਿੰਦੇ ਸੀ ਬਾਬਾ ਸਾਨੂੰ ਸਿੱਖੀ ਬਖਸ਼ ਦੇ। ਇਹ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਕਿਸੇ ਦਾ ਦਿਲ ਜਿੱਤਣਾ ਕਿ ਦੇਣਾ। ਉਸ ਬੰਦੇ ਨੇ 10 ਰੁਪਈਏ ਨਹੀਂ ਦਿੱਤੇ ਅੱਜ ਮੈਨੂੰ 10 ਕਰੋੜ ਰੁਪਈਆ ਦਿੱਤਾ, ਕਿਉਂਕਿ ਗੱਡੀ ਵਿੱਚ ਹੀ ਅੱਖਾਂ ਭਰੀਆਂ ਤੇ ਬਚਨ ਹੋਇਆ। ਇਹਨੂੰ ਸਿੱਖੀ ਕਹਿੰਦੇ ਆ। ਇੰਨਾ ਭਾਵਨਾ ਵੇਖੋ ਇੱਕ ਬੰਦੇ 'ਚ। ਤੇ ਜਿਨ੍ਹਾਂ ਦੀਆਂ ਪੱਗਾਂ ਦਾੜੇ, ਮੈਂ ਉਹਨਾਂ ਨੂੰ ਕੀ ਕਹਿਣਾ ਹੈ, ਜਿਨ੍ਹਾਂ ਗੁਰੂ ਘਰ ਦੇ ਨਾਂ ਤੇ ਸਗੋਂ 3 ਗੁਣਾ ਵੱਧ ਲਾਇਆ। ਆਖੋ ਸਤਿਨਾਮ। ਤੇ ਮਹਾਰਾਜ ਕਿਰਪਾ ਕਰਦੇ। ਇੱਥੇ ਕਹਿੰਦੇ ਮਹਾਰਾਜ ਬੈਠ ਗਏ, ਉਹਨਾਂ ਬੱਚੀਆਂ ਨੇ ਸੇਵਾ ਸ਼ੁਰੂ ਕੀਤੀ ਤੇ ਮਹਾਰਾਜ ਨੂੰ ਮਜ਼ਾਕ ਕਰਦੀਆਂ, ਟਿਚਰਾਂ ਕਰਦੀਆਂ। ਉਹਨਾਂ ਦਾ ਨਕਲੀ ਬਾਬਾ ਹੈ। ਕਹਿੰਦੇ ਮਹਾਰਾਜ ਤਾਂ ਨੇਤਰ ਬੰਦ ਸੀ, ਆਪ ਨਾਰਾਇਣ ਸੀ, ਤੇ ਮਰਦਾਨੇ ਤੇ ਬਾਲੇ ਨੂੰ ਸੈਨਤਾ ਮਾਰ ਮਾਰ ਕੇ ਨਾ ਟਿਚਰਾਂ ਕਰਦੀਆਂ ਮਿੱਠੀ ਮਿੱਠੀ ਆਵਾਜ਼ ਵਿੱਚ। ਕਾਮ ਕੀ ਬਾਜੀ ਹੀਨਾ ਜੋ ਸੁਰ ਮਨ ਕੋ ਕਰਤ ਅਧੀਨਾ। ਕਹਿੰਦੇ ਮਾਨੋ ਕਾਮਦੇਵ ਨੇ ਨਾ ਨਗਾਰਾ ਵਜਾਤਾ ਕਾਮ ਦਾ, ਐਦਾਂ ਦੀ ਤਿਆਰੀ ਕੀਤੀ ਸੀ। ਉਹਨਾਂ ਦਾ ਸੇਵਾ ਹੀ ਇਹ ਲੱਗੀ ਸੀ ਵੀ ਤੁਸੀਂ ਇਹਨਾਂ ਸਾਧਾਂ ਨੂੰ ਆਪਣੇ ਮਨੋਰਥ ਤੋਂ ਡੇਗਣ ਆਏ। ਅੱਜ ਵੀ ਕਈ ਮੇਰੇ ਵਰਗੇ ਆਉਣ ਵਾਲੇ ਸਮੇਂ 'ਚ ਪਿਛਲੇ ਸਮਿਆਂ 'ਚ ਵੀ ਡਿੱਗ ਗਏ, ਕਿਉਂਕਿ ਜਦੋਂ ਬੰਦਾ ਜ਼ਿਆਦਾ ਗੁਰੂ ਦੇ ਨੇੜੇ ਹੁੰਦਾ ਨਾ, ਕਈ ਵਾਰੀ ਗੁਰੂ ਮਾਇਆ ਭੇਜ ਦਿੰਦਾ। ਉਹ ਕਿਸੇ ਰੂਪ 'ਚ ਵੀ ਆ ਸਕਦੀ ਹੈ। ਜਿਹੜਾ ਲੈ ਕੇ ਆਸਰਾ ਨਿਕਲ ਗਿਆ ਨਹੀਂ ਤੇ ਬਾਜ਼ੀਆਂ ਲਵਾ ਦਿੰਦੀ ਹੈ। ਪਤਾ ਨਹੀਂ ਕਿਹੜੇ ਰੂਪ 'ਚ ਇਹਨੇ ਆ ਜਾਣਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਹੀ ਕਿਰਪਾ ਕਰਨ। ਸੰਗਤ ਜੀ ਅਰਦਾਸ ਕਰਿਓ ਸਤਿਗੁਰੂ ਸਿਰ ਤੇ ਹੱਥ ਰੱਖਣਾ, ਆਪ ਹੀ ਰਹਿਮਤ ਕਰਨ। ਇਸ ਕਰਕੇ ਕਹਿੰਦੇ ਅੱਜ ਕਾਮਦੇਵ ਆਪ ਹੀ ਆ ਗਿਆ ਬਾਬੇ ਦੇ ਬਾਲੇ ਮਰਦਾਨੇ ਨੂੰ ਮੋਹਣ ਵਾਸਤੇ। ਵੱਖੋ ਵੱਖਰੇ ਕਹਿੰਦੇ ਉਹ ਬਚਨ ਕਰਦੀਆਂ, ਨਖਰੇ ਕਰਦੀਆਂ, ਕਦੇ ਅੱਖਾਂ ਮਟਕਦੀਆਂ ਹਨ। ਭਾਈ ਬਾਲਾ ਮਰਦਾਨਾ ਕਦੇ ਉਹਨਾਂ ਵੱਲ ਤੱਕਦੇ, ਕਦੀ ਗੁਰੂ ਨਾਨਕ ਵੱਲ ਤੱਕਦੇ ਹਨ। ਸੁਨੋ ਸੰਤ ਜੀ ਬਚਨ ਪੂਰੇ ਹੋਈ ਦਰਸ਼ਨ ਹੈ ਤਰੂਰੇ। ਤੇ ਮਹਾਰਾਜ ਸਾਹਿਬ ਸਮਾਧ ਵਿੱਚ ਸੀ ਤੇ ਉਹ ਜਿਹੜੀ ਸਭ ਤੋਂ ਸੁੰਦਰ ਸੀ ਕਹਿਣ ਲੱਗੀ ਸੰਤ ਜੀ ਆਵਾਜ਼ ਹੀ ਇੰਨੀ ਮਿੱਠੀ ਪਿਆਰਿਓ, ਆਵਾਜ਼ ਹੀ ਇੰਨੀ ਮਿੱਠੀ ਵੀ ਮੋਹੀ ਜਾਂਦੀ ਦੁਨੀਆ। ਕਾਮਦੇਵ ਖੁਦ ਆ ਗਏ ਨਾ। ਕਹਿੰਦੀ ਸੰਤ ਜੀ ਅਸੀਂ ਤੁਹਾਡੇ ਦਰਸ਼ਨ ਕਰਨ ਆਏ ਤੇ ਤੁਸੀਂ ਸਾਡੇ ਵੱਲ ਵੇਖਦੇ ਹੀ ਨਹੀਂ ਹੋ। ਸ਼ੰਕਰ ਤਜੀਏ ਬਦਨ ਮੇ ਅੰਕੇ ਹਮ ਹੈ ਬਿਲੋਕ ਕਟਾਖਨ ਬੰਕੇ। ਕਹਿਣ ਲੱਗੇ ਹੇ ਸੋਹਣੇ ਮੁਖ ਵਾਲੇ ਬਾਬਾ ਜੀ, ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ, ਕਹਿੰਦੇ ਸਾਨੂੰ ਵੇਖ ਕੇ ਤੇ ਲੋਕੀ ਆਸਨ ਛੱਡ ਦਿੰਦੇ ਐ, ਜੋਗੀ ਜੋਗ ਛੱਡ ਦਿੰਦੇ, ਪੀਰ ਪੀਰੀ ਛੱਡ ਦਿੰਦੇ, ਸਿੱਧ ਸਿੱਧੀ ਛੱਡ ਦਿੰਦੇ, ਤੇ ਬਾਬਾ ਤੂੰ ਜਿਹਦੀ ਨਹੀਂ ਛੱਡਦਾ, ਸਾਡੇ ਨਾਲ ਬੋਲਦਾ ਹੀ ਨਹੀਂ ਹੈ। ਇਸ ਤਰ੍ਹਾਂ ਮਹਿ ਜੋ ਪਦ ਮਨ ਜਾਤੀ, ਸੋ ਮੁਝ ਮੈਂ ਲਖਿਆਨ ਬਖਿਆਤੀ। ਕਹਿਣ ਲੱਗੇ ਇੰਨਾ ਸੋਹਣਾ ਸਾਨੂੰ ਕਾਦਰ ਨੇ ਬਣਾਇਆ ਤੇ ਤੁਸੀਂ ਇੱਕ ਵਾਰੀ ਤੇ ਸਾਡੇ ਵੱਲ ਵੇਖੋ। ਇਹ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਨਾ ਰਹਿ ਰਸ ਦਾ ਪਾਠ ਕਰਦਾ, ਕਹਿੰਦਾ ਗਾਵਹਿ ਦੋਨੋਂ ਪੌਣ ਪਾਣੀ ਬੈਸੰਤਰ। ਤੇ ਉਹ ਇੱਕ ਨਾ ਬੀਬੀ ਮੱਥਾ ਟੇਕਣ ਆਈ, ਕਿਉਂਕਿ ਸੱਚ ਸੱਚ ਹੀ ਰਹਿਣਾ, ਗੁੱਸਾ ਨਾ ਕਰਿਓ।
ਰੱਬ ਨੇ ਉਹਨੂੰ ਸੋਹਣਾ ਇੰਨਾ ਬਣਾਇਆ ਤੇ ਉਹ ਪਾਠ ਕਰਦਾ। ਆਮ ਹੀ ਵੇਖਿਓ ਜਦੋਂ ਮਹਾਰਾਜ ਦੇ ਸਿੱਖ ਜਿਹੜੇ ਨਾ, ਅਸੀਂ ਵੀ ਯਤਨ ਕਰੀਦਾ ਵਾ, ਜਾਂ ਮਹਾਂਪੁਰਖ ਉਸਤਾਦ ਵੀ ਕਹਿੰਦੇ ਨੇ ਵੀ ਜਦੋਂ ਪਾਠ ਕਰਨਾ ਨਾ, ਜਾਂ ਤੇ ਨੇਤਰ ਬੰਦ ਕਰ ਲਓ ਜੇ ਬਾਣੀ ਕੰਠ ਆ। ਇੱਕ ਮੋਬਾਈਲ ਦੀ ਵੀਡੀਓ ਮੈਂ ਵੇਖੀ ਬੜੀ ਸੋਹਣੀ, ਉਹ ਕਹਿੰਦੇ ਕਿਤੇ ਵੀ ਸਰਕਾਰੀ ਕੋਰਟ 'ਤੇ ਜਾਓ ਮੋਬਾਈਲ ਬੰਦ ਹੁੰਦਾ। ਗੁਰਦੁਆਰੇ ਕਿਉਂ ਮੋਬਾਈਲ ਬੰਦ ਕਰਕੇ ਆਖਿਆ? ਉਹਦਾ ਕਾਰਨ ਹੈ, ਮੰਨ ਲਓ 25-30 ਰੂਹਾਂ ਜੁੜੀਆਂ ਪਈਆਂ, ਤੁਹਾਡੀ ਬਿੱਲ ਵੱਜੀ, ਸਾਰਿਆਂ ਦਾ ਧਿਆਨ ਟੁੱਟ ਗਿਆ। ਤੇ ਉਹ ਕਹਿੰਦੇ ਵੀ ਪਾਠ ਕਰਨਾ ਜੇ ਤੇ ਕੰਠ ਬਾਣੀ ਕੰਠ ਆ ਤੇ ਫਿਰ ਨੇਤਰ ਬੰਦ ਕਰਕੇ ਆਨੰਦ ਲਓ, ਤੇ ਜੇ ਨਹੀਂ ਤੇ ਫਿਰ ਗੁੜਕਾ ਸਾਹਿਬ ਲੈ ਲਓ ਤੇ ਉਹਦੀਆਂ ਪੰਗਤੀਆਂ ਵਿੱਚ ਧਿਆਨ ਰਵੇ। ਜਦੋਂ ਆਪਾਂ ਵਾਰ-ਵਾਰ ਸੰਗਤ ਵੱਲ ਵੇਖਾਂਗੇ ਨਾ, ਵਾਰ-ਵਾਰ ਕਿਤੇ ਨਾ ਕਿਤੇ ਧਿਆਨ ਟੁੱਟ ਜਾਂਦਾ, ਕਿਉਂਕਿ ਉਹ ਹੈ ਤੇ ਸਾਰੇ ਜੀਵ ਦੇ। ਉਹ ਮਹਾਰਾਜ ਦਾ ਪਾਠ ਕਰ ਰਿਹਾ ਰਹਿਰਾਸ ਸਾਹਿਬ ਦਾ, ਤੇ ਉਹ ਇਸਤਰੀ ਨੇ ਮੱਥਾ ਟੇਕਿਆ, ਬਹੁਤ ਸੁੰਦਰ ਜਵਾਨ, ਤੇ ਜਦੋਂ ਉਹਨੇ ਪਾਠ ਕਰਦਿਆਂ ਉਹਦੇ ਚਿਹਰੇ ਵੱਲ ਵੇਖਿਆ ਤੇ ਨਾਲ ਹੀ ਮਨ 'ਚ ਆ ਗਿਆ ਕਿਤੇ ਮੇਰੀ ਘਰ ਵਾਲੀ ਵੀ ਇੱਦਾਂ ਦੀ ਹੋਵੇ। ਅਜੇ ਵਿਆਹ ਹੋਣਾ ਸੀ। ਉਹ ਬਾਹਰ ਭਾਈ ਸੁਥਰਾ ਘੋੜਿਆਂ ਦੀ ਸੇਵਾ ਕਰ ਰਿਹਾ ਸੀ ਬ੍ਰਹਮ ਕੇ, ਉੱਥੋਂ ਭੱਜਾ ਸਿੱਧਾ ਹੀ ਦਰਬਾਰ 'ਚ ਆ ਕੇ ਤੇ ਉਹਦੇ ਲਾਗੇ ਹੋ ਕੇ ਕਹਿੰਦਾ ਤੈਨੂੰ ਕੀ? ਉਹ ਕਹਿੰਦਾ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ, ਗਾਵਹਿ ਰਤਨ ਪਾਏ ਤੇਰੇ ਅਰਸ ਤੀਰਥ ਨਾਮੇ। ਕਹਿੰਦਾ ਗਾਈ ਜਾਣਦੇ ਉਹ ਤੈਨੂੰ ਕੀ? ਏਦਾਂ 5-6 ਵਾਰੀ ਕਹਿ ਕੇ ਦੌੜ ਗਿਆ। ਜਦੋਂ ਸਮਾਪਤੀ ਹੋਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉੱਥੇ ਸ਼ਿਕਾਇਤ ਹੋ ਗਈ, ਕਹਿੰਦੇ ਮਹਾਰਾਜ ਉਹ ਜਿਹਨੇ ਪਾਠ ਕੀਤਾ ਉਹਨੂੰ ਸੱਦੋ। ਆ ਗਿਆ ਮੇਰੇ ਵਾਂਗੂ ਐ ਟੌਰ ਕੱਢੀ, ਕਹਿੰਦਾ ਮਹਾਰਾਜ ਤੁਹਾਡੇ ਲਿਬੜੇ ਜੇ ਸਿੱਖ ਨੇ ਮੇਰੀ ਬੇਇੱਜ਼ਤੀ ਕੀਤੀ ਆ। ਮਹਾਰਾਜ ਜਾਣੀ ਜਾਣ ਸੀ, ਕਹਿੰਦੇ ਆਪਾਂ ਹੁਣੇ ਬਹਿ ਜਾ ਇੱਥੇ, ਹੁਣੇ ਵੇਖ ਲੈਨੇ ਕੀ ਹੋਇਆ, ਗਲਤੀ ਕਿਹਦੀ ਆ। ਹੁਣ ਕਈ ਵਾਰੀ ਨਾ ਮੈਂ ਕਿਸੇ ਨਿੰਦਿਆ ਨਹੀਂ ਕਰਦਾ, ਉੱਥੇ ਹਰਿਮੰਦਰ ਸਾਹਿਬ ਵੀ ਸੰਗਤ ਤਾਂ ਚੜੀ ਹੁੰਦੀ ਹੈ, ਥੱਲੇ ਮਹਾਰਾਜ ਦਾ ਪ੍ਰਕਾਸ਼ ਕੀਰਤਨ, ਉੱਥੇ ਬਹਿ ਕੇ ਸੁਖਮਨੀ ਸਾਹਿਬ ਪੜ੍ਹਦੇ। ਮੈਨੂੰ ਤਾਂ ਇਹ ਚੀਜ਼ ਨਹੀਂ ਵਧੀਆ ਲੱਗਦੀ ਵੀ ਜਿੱਥੇ ਰੱਬ ਖੁਦ ਬੈਠਾ ਕੀਰਤਨ, ਉਹ ਕਿਹਨੂੰ ਸੁਣਾਉਂਦਾ ਕੀਰਤਨ? ਸਵਾਲ ਹੈ ਨਾ, ਜਿਹੜਾ ਕੀਰਤਨ ਹੋ ਰਿਹਾ ਕਿਹਨਾਂ ਵਾਸਤੇ ਆ? ਸਾਡੇ ਵਾਸਤੇ ਆ ਨਾ। ਤੇ ਫਿਰ ਜਦੋਂ ਇੱਕ ਪਾਸੇ ਮੀਂਹ ਪੈਣ ਦਿਆ, ਮੀਂਹ ਮੋਲੇ ਧਾਰ, ਤੇ ਤੁਸੀਂ ਇੱਕ ਬੂੰਦ ਨੂੰ ਤਾਂ ਨੂੰ ਸੁੱਟ ਕੇ ਸਿਰ ਥੱਲੇ ਕਰੋ, ਤੇ ਫਿਰ ਉੱਥੇ ਤਾਂ ਕੀਰਤਨ ਦਾ ਪ੍ਰਵਾਹ ਚੱਲਦਾ। ਟਿਕ ਜੋ ਜਿੱਥੇ ਜਗ੍ਹਾ ਮਿਲਦੀ। ਉਹ ਸਾਨੂੰ ਟੇਕ ਇੱਥੇ ਹੋਣੀ ਆਈ 25-30 ਕਿਲੋਮੀਟਰ 80 ਕਿਲੋ ਜਾ ਕੇ ਥੱਲੇ ਰਾਗੀ ਸਿੰਘ ਇੰਨੇ ਭਾਵਨਾ ਨਾਲ ਗਾ ਰਹੇ, ਰਵਿੰਦਰ ਨਾਥ ਟੈਗੋਰ ਨੂੰ ਚੇਤਾ ਭੁੱਲ ਗਿਆ ਸੀ ਟਾਈਮ ਦਾ। ਉਹ ਰਾਗੀ ਸਿੰਘ ਗਾਉਂਦਾ ਪ੍ਰਕਾਸ਼, ਤੇ ਅਸੀਂ ਸਾਨੂੰ ਟੇਕ ਨਹੀਂ ਆਈ ਉੱਥੇ ਥੱਲੇ ਵੀ। ਇੱਧਰ ਦੀ ਜਾ ਕੇ ਬਾਬਾ ਦੀਪ ਸਿੰਘ ਦਾ ਸਰੂਪ ਵੇਖ, ਉੱਤੇ ਚੜ੍ਹ ਕੇ ਤੇ ਫਿਰ ਗੁਟਕਾ ਲੱਭਿਆ, ਧੱਕੇ ਧੁੱਕੇ ਮਾਰ ਕੇ ਉੱਤੋਂ ਦੀ ਲੰਘ ਕੇ ਫਿਰ ਗੁਟਕਾ ਲਿਆ ਤੇ ਸੁਖਮਨੀ ਸਾਹਿਬ ਫੜਿਆ ਤੇ ਨਾਲ ਲਾ ਕੇ ਢੋ ਤੇ ਉੱਤੇ ਜਾ ਕੇ ਪਾਠ ਕਰਨ ਲਿਆ। ਤੇ ਸਵਾਲ ਆ ਵੀ ਜਿਹੜਾ ਕੀਰਤਨ ਹੁੰਦੇ ਆ ਇਹ ਕਿਹਦੇ ਵਾਸਤੇ ਹੁੰਦੇ ਆ? ਹੁਣ ਮੰਨ ਲਓ ਤੁਸੀਂ ਕਥਾ ਸੁਣ ਰਹੇ, ਕੋਈ ਬੰਦਾ ਆਵੇ ਉਹ ਮੋਬਾਈਲ ਤੇ ਕਥਾ ਲਾ ਕੇ ਕਰਨਾ, ਇਹ ਟੂਟੀਆਂ ਲਾ ਕੇ ਇੱਥੇ ਬਹਿ ਜੇ, ਤੇ ਫਿਰ ਬਹਿਣ ਦਾ ਕੀ ਫਾਇਦਾ? ਇਹ ਜਿਹੜਾ ਗੁਰੂ ਸਾਹਿਬ ਵੰਡ ਰਹੇ ਆ ਨਾ, ਹੁਣ ਮੰਨ ਲਓ ਤੁਹਾਨੂੰ ਇੱਕ ਟਾਈਮ ਜਲੇਬ ਮਿਲ ਰਹੇ ਆ ਬੁੱਕ 'ਚ, ਹੁਣ ਉਧਰੋਂ ਦਹੀਂ ਵਾਲਾ ਆ ਗਿਆ, ਤੇ ਹੁਣ ਇੱਕ ਚੀਜ਼ ਹੀ ਪੈਣੀ, ਜਾਂ ਜਲੇਬੀਆਂ ਲਾਓਗੇ ਜਾਂ ਦਹੀਂ ਪਾਓਗੇ, ਦੋਵੇਂ ਤਾਂ ਬੁੱਕ 'ਚ ਪੈਣੇ ਨਹੀਂ। ਮਾਫ਼ ਕਰ ਦਿਓ ਜੇ ਮੈਂ ਗਲਤ ਹਾਂ, ਮੈਂ ਬੱਚਾ ਹਾਂ, ਬੁੱਧ ਛੋਟੀ ਹੈ, ਪਰ ਮੇਰੇ ਮਨ ਨੇ ਇਹ ਚੀਜ਼ ਨੂੰ ਵਧੀਆ ਨਹੀਂ ਗਿਣਿਆ ਵੀ ਜਦੋਂ ਮਹਾਰਾਜ ਦਾ ਪ੍ਰਵਾਹ ਚੱਲਣ ਦਿਆ। ਹੁਣ ਕਈ ਗੁਰਦੁਆਰੇ ਰਹਿ ਰਸਤਾ ਪਾਠ ਹੁੰਦਾ, ਪਾਠ ਗ੍ਰੰਥੀ ਸਾਹਿਬ ਕਰ ਰਹੇ, ਤੁਸੀਂ ਆਏ ਬਹਿ ਜਾਓ। ਉਹ ਕੀ ਕਰਨਗੇ ਵੀ ਉੱਥੋਂ ਗੁਟਕਾ ਸਾਹਿਬ ਕੱਢ ਕੇ ਨਾ ਤੇ ਉੱਚੀ ਉੱਚੀ ਲਾਗੇ ਬਹਿ ਕੇ ਲੱਗੇ ਹੁੰਦੇ, ਨਾ ਆਪ ਨੂੰ ਰਸਤੇ ਨਾ ਕਰਨ ਵਾਲੇ ਨੂੰ ਹੁੰਦਾ। ਆਹ ਸਾਡੇ ਸਿੰਘ ਨੂੰ ਮੈਂ ਕਹਿ ਦਿੰਦਾ ਚੌਰ ਸਾਹਿਬ ਕਰਦੇ, ਮੈਂ ਰਹਿ ਰਸ ਕਰਨ ਦਿਆ ਅੱਖਾਂ ਬੰਦ ਕਰਕੇ। ਚਲੋ ਉਹਨਾਂ ਦਾ ਪਿਆਰ ਹੈ, ਜਦੋਂ ਉਹਨੇ ਉੱਚੀ ਪੰਕਤੀ ਨਾਲ ਪੜ੍ਹੀ ਤੇ ਮੈਨੂੰ ਵਿਸਰ ਗਈ। ਇੱਕ ਮੇਰੇ ਕੋਲ ਗੁਟਕਾ ਸਾਹਿਬ ਨਹੀਂ, ਤੇ ਫਿਰ ਦੁਬਾਰਾ 2-3 ਵਾਰੀ ਰਿਪੀਟ ਕੀਤੀ ਤੇ ਦੁੱਖ ਆਇਆ। ਮੈਂ ਕਿਹਾ ਜੀ ਇਹਦਾ ਮਤਲਬ ਰਸ ਲੈਣਾ, ਗੁਰਦੁਆਰੇ ਰਸ ਲੈਣਾ ਏ। ਉਹ ਜਿਹੜੀਆਂ ਪੰਕਤੀਆਂ ਬੋਲਣ ਦੇ ਮਹਾਰਾਜ ਨੇ ਕਿਹਾ ਕਹਿਤੇ ਸੁਣਤੇ, ਕਹਿਤੇ ਪੁਨੀਤ ਸੁਣਤੇ ਪਵਿੱਤ ਸਤਿਗੁਰ। ਹਾਂ ਵੀ ਤੁਸੀਂ ਸੁਣੋ, ਤੁਹਾਡਾ ਸੁਣਿਆ ਵੀ ਥਾਏ ਪੈ ਜਾਣਾ। ਪਰ ਅਸੀਂ ਆਪਣੀ ਪਤਾ ਨਹੀਂ ਅੰਦਰ ਕਿੱਦਾਂ ਦਾ ਸਾਡਾ। ਇੱਧਰ ਸੁਖਮਨੀ ਸਾਹਿਬ ਚੱਲਣ ਦਿਆ, ਅਸੀਂ ਉੱਥੋਂ ਕੱਢੀ ਪੋਥੀ ਆਪਣਾ ਵੱਖਰਾ ਸ਼ੁਰੂ ਕਰ ਦਿੰਦੇ। ਇੱਕ ਨੂੰ ਮੈਂ ਕਿਹਾ ਵੀ ਉਹ ਜਿਹੜਾ ਚੱਲਣ ਦਿਆ, ਕਹਿੰਦੇ ਉਹ ਤੇ ਪ੍ਰੇਮੀਆਂ ਦਾ, ਅਸੀਂ ਆਪਦਾ ਕਰਨਾ ਖੁਸ਼। ਬਾਣੀ ਨੂੰ ਵੀ ਵੱਡੀ ਫਿਰਦੇ ਹੋਏ, ਘਰੇ ਕਰੋ ਜਦੋਂ ਫ੍ਰੀ ਟਾਈਮ ਕੋਈ ਨਾ ਲੱਗੇ ਵੀ ਰਸ ਆਊਗਾ। ਏਦਾਂ ਘੋੜੇ ਨਾ ਭਜਾਇਆ ਕਰੋ ਦਰਬਾਰ ਵਿੱਚ ਵੀ। ਮਹਾਰਾਜ ਸਾਹਿਬ ਦਾ ਆਪਾਂ ਗੈਰ ਹਰਿਮੰਦਰ ਸਾਹਿਬ ਬਹਿ ਜਾਓ, ਇੱਦਾਂ ਕਰਕੇ ਵੇਖੋ ਭਾਈ ਸਾਹਿਬ ਕੀ ਗਾ ਰਹੇ ਆ। ਗਾਵਿਆ ਸੁਣਿਆ ਤਿਨਕਾਰ ਥਾਈ ਪਾ। ਤੇ ਜੇ ਆਪ ਹੀ ਕਰਨਾ ਵਾ ਤੇ ਫਿਰ ਘਰੇ ਬਹਿ ਕੇ ਕਰੋ ਨਾ। ਜੇ ਮੰਨ ਲਓ ਤੁਹਾਨੂੰ ਚਾਹ ਬਾਣੀ ਗਾਉਂਦਾ ਕਿਹੜਾ ਬੀਬੀਆਂ ਪਿਆਰ ਵਾਲੇ, ਮੇਰਾ ਇੱਦਾਂ ਦਾ ਮੈਂ ਕਹਿ ਦਿੰਦਾ, ਉਹ ਨਾਲ ਪੜ੍ਹਨਗੇ। ਉਹ ਜਿਹੜਾ ਉਹਨੂੰ ਰਸ ਨਹੀਂ ਹੁੰਦਾ ਜੀ, ਟੁੱਟ ਜਾਂਦਾ। ਉਹ ਥੱਲੜੇ ਦੀ ਆਵਾਜ਼ ਜਾ ਕੇ ਉੱਧਰ ਪੈਂਦੀ। ਇੱਕ ਵਾਰ ਨਾ ਸ਼ਾਇਦ ਤੁਹਾਨੂੰ ਯਾਦ ਹੋਵੇ, ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸੀ
ਮੇਰੇ ਖਿਆਲ ਭਾਈ ਮੋਹਨ ਸਿੰਘ ਕੇ ਮਾਲ ਸਿੰਘ, ਉਹਨਾਂ ਨੇ ਉੱਥੇ ਬੋਲਤਾ ਹੈ ਵਿੱਚ ਹੀ। ਉਹ ਕਿਸੇ ਨੇ ਨਾ ਮਗਰੋਂ ਬਾਣੀ ਪੜ੍ਹਨ ਦੇ ਭਾਵਨਾ, ਤੇ ਪਿਛਲੇ ਬੰਨੇ ਜਾ ਕੇ ਉਹ ਕਹਿੰਦੇ ਕਾਹੇ ਰੇ ਮਨ ਚਿਤ ਵਹਿ ਉਦਮ। ਉਹ ਪਿਛਲੇ ਬੰਨੇ ਕਹਿੰਦਾ ਜਾਂ ਆਹਰ ਜੀਓ, ਕਹਿੰਦਾ ਤੂੰ ਆ ਜਾ ਇੱਥੇ, ਤੂੰ ਪੜ੍ਹ ਲਾ ਪਹਿਲਾਂ। ਕਿ ਅਸੀਂ ਉੱਠ ਜਾਂਦੇ ਆ, ਇਹ ਸੱਚ ਹੈ, ਕਿਉਂਕਿ ਉਹ ਜਿਹੋ ਜਿਹਾ ਪਹਿਰਾ ਕਿਸੇ ਦਾ ਕਈ ਜਰ ਜਾਂਦੇ ਇਹ ਚੀਜ਼ ਨੂੰ, ਕਿਉਂਕਿ ਇੱਕ ਚੀਜ਼ ਹੈ, ਇਹ ਰਸ ਹੈ ਗੁਰਬਾਣੀ ਕਥਾ ਦਾ। ਜਿੱਦਾਂ ਤੁਹਾਡਾ ਵੀਜ਼ੇ ਦਾ ਰਿਫਿਊਜ ਲੱਗੇ ਤੇ ਤੁਹਾਡੇ ਅੰਦਰ ਨੂੰ ਕੁਝ ਹੁੰਦਾ ਨਾ, ਜਦੋਂ ਬੰਦਗੀ ਕਰਨ ਵਾਲੇ ਨੂੰ ਕੋਈ ਦੁੱਖ ਦਿੰਦਾ ਨਾ, ਉਹਦੀ ਸੁਰਤ ਟੁੱਟਦੀ, ਉਹਦਾ ਹਿਰਦਾ ਦੁੱਖ ਜਾਂਦਾ। ਮੰਨ ਲਓ ਤੁਸੀਂ ਇੱਥੇ ਕਥਾ ਦਾ ਆਨੰਦ ਰਿਹਾ, ਤੁਹਾਡੇ ਲਾਗੇ ਕੋਈ ਬਵੇ ਐਂ ਕਰਦੇ, ਤੁਹਾਨੂੰ ਸਾਰੀ ਕਥਾ 'ਚ ਰਸ ਆ ਗਿਆ ਤੇ ਮੈਨੂੰ ਪੜ੍ਹ ਲਿਓ। ਆਪਦਾ ਪਿਆਰ ਕੋਈ ਬਣਾ ਕੇ ਬੈਠਾ, ਨਹੀਂ ਤੋੜਨਾ ਚਾਹੀਦਾ। ਤੋ ਇਸ ਕਰਕੇ ਸਾਧ ਸੰਗਤ ਜੀ, ਮਹਾਰਾਜ ਸਾਹਿਬ ਸੁਰਤ ਜੋੜ ਕੇ ਬੈਠੇ ਆ। ਉਹ ਵਾਰ-ਵਾਰ ਮਹਾਰਾਜ ਨੂੰ ਉਕਸਾ ਰਹੀਆਂ ਹਨ ਵੀ ਸਾਡੇ ਵੱਲ ਵੇਖੋ। ਗੁਰੂ ਹਰਗੋਬਿੰਦ ਸਾਹਿਬ ਦੀ ਸਾਖੀ ਵਿੱਚ ਆਈ ਸੀ, ਮਹਾਰਾਜ ਕਹਿੰਦੇ ਪੁੱਤ ਤੂੰ ਕਿਉਂ ਕਿਹਾ ਇਹਨੂੰ ਪਾਠ ਕਰਦੀ ਨੂੰ, ਤੈਨੂੰ ਕੀ? ਕਹਿੰਦੇ ਮਹਾਰਾਜ ਇਹਨਾਂ ਨੂੰ ਕਹੋ ਤੁਹਾਡੇ ਚਿਹਰੇ ਵੱਲ ਵੇਖ ਕੇ ਕਸਮ ਖਾਵੇ। ਆਖੇ ਸਤਿਗੁਰੂ ਜਦੋਂ ਮੈਂ ਪਾਠ ਕਰਦਾ ਸੀ ਤੇ ਮੇਰਾ ਧਿਆਨ ਕਿੱਥੇ ਸੀ? ਮਹਾਰਾਜ ਕਹਿੰਦੇ ਦੱਸ ਪੁੱਤ, ਪਾਠ ਕਰਦਿਆਂ ਤੇਰਾ ਧਿਆਨ ਕਿੱਥੇ? ਸੱਚ ਦੱਸੀ। ਉਹਨੂੰ ਤਰੇਲੀ ਪੈ ਗਈ। ਕਹਿੰਦੇ ਮਹਾਰਾਜ ਮੈਨੂੰ ਮਾਫ਼ ਕਰ ਦਿਓ, ਚਰਨ ਫੜ ਲਏ। ਪਾਤਸ਼ਾਹ ਕਹਿੰਦੇ ਮਾਫ਼ੀ ਇੱਦਾਂ ਨਹੀਂ, ਸਾਰੀ ਸੰਗਤ ਨੂੰ ਦੱਸ ਦੇ ਕੀ ਗਲਤੀ ਹੋਈ। ਉਹਨੇ ਫਿਰ ਆਖਿਆ, ਮਹਾਰਾਜ ਕਹਿੰਦੇ ਤੁਹਾਨੂੰ ਦੱਸ ਦਿੰਦੇ। ਪਾਤਸ਼ਾਹ ਕਹਿੰਦੇ ਨਹੀਂ, ਸੰਗਤ ਵਿੱਚ ਦੱਸ ਦਿਓ, ਭਲਾ ਹੋ ਜਾਂਦਾ। ਸਿੱਖ ਨੇ ਸਾਰੀ ਸੰਗਤ 'ਚ ਉੱਠ ਕੇ ਆਖਿਆ, ਸੰਗਤ ਜੀ ਮੈਂ ਪਾਠ ਕਰਦਾ ਸੀ, ਇੱਦਾਂ ਕੋਈ ਰੂਹ ਮੱਥਾ ਟੇਕਣ ਆਈ ਤੇ ਮੇਰੇ ਅੰਦਰ ਇੰਨਾ ਕੁ ਫੁਰਨ ਆਇਆ ਵੀ ਕਿਤੇ ਮੇਰੇ ਜੀਵਨ ਸਾਥੀ, ਮੇਰੀ ਘਰ ਵਾਲੀ ਵੀ ਇੰਨੀ ਸੋਹਣੀ ਹੋਵੇ। ਤੇ ਉਹ ਬ੍ਰਹਮ ਗਿਆਨੀ ਪੱਠੇ ਪਾ ਰਿਹਾ ਸੀ। ਉਹ ਕਹਿੰਦੇ ਬਾਬਾ ਜੀ, ਉਹ ਸੁਰਤ ਸੀ ਨਾ ਬ੍ਰਹਮ ਗਿਆਨੀ ਦੀ। ਉਹ ਕਹਿੰਦੇ ਮੈਂ ਤਾਂ ਭੱਜ ਕੇ ਆਇਆ ਵੀ ਸਵਰਗ ਨੂੰ ਜਾਂਦਾ ਜਾਂਦਾ ਨਰਕ 'ਚ ਡਿੱਗਣ ਦਿਆ। ਕਹਿੰਦੇ ਮੈਂ ਤਾਂ ਭੱਜ ਕੇ ਆ ਕੇ ਰਹਿ ਰਸ ਕਰਦੇ ਨੂੰ ਆਖਿਆ ਵੀ ਪੌਣ ਗਾ ਰਹੀ, ਪਾਣੀ ਗਾ ਰਿਹਾ, ਹਵਾ ਗਾ ਰਹੀ, ਪਰ ਤੂੰ ਤਾਂ ਨਹੀਂ ਨਾ ਗਾ ਰਿਹਾ। ਤੂੰ ਤੇ ਕਿਤੇ ਹੋਰ ਟਰਾਈਆਂ ਮਾਰੀ ਜਾਂਦਾ, ਕਿਤੇ ਹੋਰ ਪਾਸੇ ਵੇਖੀ ਜਾਂਦਾ। ਗੁੱਸਾ ਨਾ ਕਰਿਓ, ਸੱਚ ਗੱਲ ਹੈ। ਅਸੀਂ ਕੀ ਤਾਂ ਕਿੰਨੀਆਂ ਗਲਤੀਆਂ ਕਰ ਜਾਂਦੇ, ਪਰ ਮੈਂ ਤਾਂ ਅੱਜ ਦੱਸੀ ਜਾਂਦਾ ਵੀ ਸੰਗਤ ਵਿੱਚ ਕਬੂਲ ਕਰ ਲਿਆ ਕਰੋ, ਬਚਾਂਗੇ। ਆ ਅੱਖਾਂ ਵਾ ਨਾ, ਵੇਖ ਲੈਂਦੀਆਂ ਵਾ। ਬੱਚੇ ਜੋ ਹੋਏ ਆਪਾਂ ਗਲਤੀਆਂ ਕਰਦੇ, ਉਹ ਬਾਪੂ ਬੈਠਾ, ਉਹ ਜਾਣਦਾ ਹੈ। ਸੁੰਦਰ ਮੋਰ ਅਰੋਜਾ ਕਰਮ ਸੁਦਰਸ਼ਨ ਪਾਨ ਸੁਰਜਾ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਕਿ ਤੁਸੀਂ ਮਹਾਰਾਜ ਮੈਨੂੰ ਪਿਆਰ ਕਰੋ, ਮੇਰੇ ਵੱਲ ਨੂੰ ਵੇਖੋ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਉਹਨੇ ਕਹਿਣਾ ਕੀਤਾ, ਧਾਰ ਮధుਰ ਅੰਮ੍ਰਿਤ ਕੀ ਨਿਆਈ, ਆਪ ਲਿਹੋ ਰਸ ਲੈ ਮਮ ਸਾਈ। ਔਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਬਾਬਾ, ਬੜੇ ਵੱਡੇ ਰਿਸ਼ੀ ਮੁਨੀ ਸਾਧੂ ਮਹਾਂਪੁਰਖ ਸਾਨੂੰ ਵੇਖ ਕੇ ਸਾਡੇ ਰੂਪ ਨੂੰ ਤੇ ਆਪਣਾ ਤਾਪ ਭੰਗ ਕਰਦੇ ਐ, ਪਰ ਸਾਨੂੰ ਕਿੰਨਾ ਸਮਾਂ ਹੋ ਗਿਆ ਤੁਹਾਡੇ ਕੋਲ ਆਈਆਂ ਨੂੰ, ਤੁਸੀਂ ਸਾਡੇ ਨਾਲ ਕੋਈ ਗੱਲ ਨਹੀਂ ਕਰਦੇ। ਗੁਜਰ ਸਰੂਪ ਅਨੂਪ ਮੋਲਾ, ਮਿਲ ਮਨ ਭਾਵਤ ਕਰੋ ਕਲੋਲਾ। ਕਹਿੰਦੇ ਜਿੱਦਾਂ ਦੂਜੇ ਰੰਗ ਰਲੀਆਂ ਮਾਣਦੇ ਸੋਹਣੇ ਸਰੀਰ ਨਾਲ ਤੁਸੀਂ ਵੀ ਮਾਣੋ। ਉਹਨਾਂ ਕਮਲੀਆਂ ਨੂੰ ਇਹ ਕੀਮਤ ਆ ਵੀ ਜਿਹੜੇ ਰੰਗ ਰੂਪ ਦੀ ਅਸੀਂ ਗੱਲ ਕਰਦੀਆਂ, ਦੇਣ ਵਾਲਾ ਤੇ ਖੁਦ ਬੈਠਾ ਹੋਇਆ। ਜਿੰਨੇ ਦਿੱਤਾ ਤੋਹਫਾ ਉਹ ਨਿਰੰਕਾਰ ਤੇ ਆਪ ਅਜ ਬਾਗ ਵਿੱਚ ਆਇਆ ਹੈ। ਸਬਰ ਤਬ ਹੀ ਮਮ ਦੇਹਾ, ਗ੍ਰਹਿਣ ਕਰੋ ਜਬ ਧਰ ਉਰ ਨੇਹਾ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬੋਲੇ, ਕਹਿੰਦੇ ਚਾਹੁੰਦੀਆਂ ਕੀ ਜੇ? ਕਹਿੰਦੇ ਬਾਬਾ ਚਾਹਣਾ ਕੀ ਹੈ, ਤੈਨੂੰ ਬਿਨਤ ਕਰਨ ਦੀਆਂ ਵੀ ਦੁਨੀਆ ਸਾਡੇ ਮਗਰ ਫਿਰਦੀ ਹੈ, ਅਸੀਂ ਤੇਰੇ ਤਰਲੇ ਲੈ ਰਹੀਆਂ ਤੇ ਸਾਨੂੰ ਅੰਗੀਕਾਰ ਕਰੋ। ਸਾਡੇ ਇਸ ਸਰੀਰ ਨੂੰ ਤੁਸੀਂ ਅੰਗੀਕਾਰ ਕਰੋ। ਬਾਕੀ ਕਥਾ ਮੈਂ ਖੋਲ ਕੇ ਨਹੀਂ ਕਰ ਸਕਦਾ, ਕਿਉਂਕਿ ਪੜ੍ਹੇ ਲਿਖਾ ਸਮਝ ਲੈਂਦਾ ਕਿ ਦੂਜਾ ਬੰਦਾ ਗਲਤ ਵੀ ਸਮਝ ਲੈਂਦਾ ਜਿਹਦੀ ਸੁਰਤ ਮਾੜੀ ਹੈ। ਜਾਣੀ ਉਹਨਾਂ ਆਪਣੇ ਵੱਲੋਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਿੱਧਾ ਬਚਨਾਂ ਵਿੱਚ ਕਹਿਣਾ ਕੀਤਾ, ਕਿਰਪਾ ਸਿੰਧ ਕਰ ਕਿਰਪਾ ਵਿਸਾਲਾ, ਪੂਰ ਸਦਾ ਕਰੋ ਨਿਹਾਲਾ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦਇਆ ਦੇ ਮਾਲਕ ਲਾਗੇ ਭਾਈ ਮਰਦਾਨਾ ਬਾਲਾ ਜੀ ਕਹਿੰਦੇ ਬਾਬਾ ਇਹਨਾਂ ਨੂੰ ਤੇਰੀ ਸਮਝ ਕਾਏ ਨਹੀਂ, ਇਹ ਭੋਲੀਆਂ ਹਨ, ਦੁਨਿਆਵੀ ਇਸਤਰੀਆਂ ਹਨ, ਇਹ ਵਿਕਾਰੀ ਹਨ। ਮਹਾਰਾਜ ਜੀ ਨਦਰ ਪਾਓ, ਇਹਨਾਂ ਤੇ ਟਾਈਮ ਖਰਾਬ ਹੋਣ ਦਿਆ, ਇਹਨਾਂ ਦਾ ਵੀ ਭਲਾ ਕਰੀਏ। ਆਸ ਜਬ ਬਾਨੀ ਭਨੀ ਅਦੀਨਾ, ਬੋਲੇ ਸ਼੍ਰੀ ਗੁਰੂ ਗੁਨੀ ਪਰਵੀਨਾ। ਤੇ ਫਿਰ ਮਹਾਰਾਜ ਨੇ ਭਾਈ ਬਾਲਾ ਮਰਦਾਨਾ ਦੀ ਬੇਨਤੀ ਸੁਣੀ ਤੇ ਮਹਾਰਾਜ ਜੀ ਨੇ ਫਿਰ ਮੁਖ ਤੋਂ ਬੋਲਣਾ ਕੀਤਾ, ਸਤਨਾਮ ਸਿਮਰ
ਭਾਰੀ ਸਫਲ ਜਨਮ ਕਰ ਲਿਓ ਇਹ ਬਾਰੀ। ਮਹਾਰਾਜ ਕਹਿੰਦੇ ਤੁਸੀਂ ਕਿਉਂ ਸਾਨੂੰ ਮਿਲਣਾ ਚਾਹੁੰਦੀਆਂ ਜੀ? ਤੇ ਉਹਨੇ ਆਖਿਆ ਬਾਬਾ ਜਦੋਂ ਤੇਰੇ ਵਰਗਾ ਸੁੰਦਰ ਸਰੂਪ ਮਰਦ ਸਾਨੂੰ ਮਿਲਦਾ ਹੈ ਤੇ ਸੁੱਖ ਮਿਲਦਾ ਸੁੱਖ। ਮਹਾਰਾਜ ਕਹਿੰਦੇ ਪੁੱਤ ਵੇ ਇਹ ਸਰੀਰ ਦੇ ਵਿਕਾਰਾਂ ਚੋਂ ਕਦੇ ਕਿਸੇ ਨੂੰ ਸੁੱਖ ਮਿਲਿਆ? ਨਾਭੇ ਪਟਿਆਲੇ ਦੇ ਰਾਜੇ ਸੀ ਜਿਹੜੇ, ਉਹਨਾਂ ਦੀਆਂ 40-40 50-50 ਪਤਨੀਆਂ ਸਨ। ਕਦੇ ਕਿਸੇ ਨੂੰ ਸਰੀਰਾਂ ਚੋਂ ਰਸ ਮਿਲਿਆ? ਨਹੀਂ ਮਿਲਦਾ। ਇਹ ਸਿੱਧੇ ਬਚਨ ਅੱਜ ਤੁਹਾਡਾ ਆਪਣਾ ਭਲਾ ਹੋਣਾ ਸਭ ਦਾ, ਕਿਉਂਕਿ ਬਹੁਤੀ ਦੁਨੀਆ ਅੱਜ ਨਾ ਇਸੇ ਚੀਜ਼ ਵਿੱਚ ਹੀ ਫਸ ਚੁੱਕੀ ਹੈ। ਤੇ ਮਹਾਰਾਜ ਕਹਿੰਦੇ ਪੁੱਤ ਸਰੀਰਾਂ 'ਚ ਸੁੱਖ ਨਹੀਂ ਹੈ, ਜੇ ਸੁੱਖ ਲੈਣਾ ਤੇ ਸਤਨਾਮ ਸ੍ਰੀ ਵਾਹਿਗੁਰੂ ਇਹਦਾ ਜਾਪ ਕਰਿਆ ਕਰੋ। ਹੁਣ ਉਹ ਲੋਕ ਵਿਕਾਰੀ ਸਨ। ਜਿਹੜਾ ਬੰਦਾ 16 ਸ਼ਿੰਗਾਰ ਕਰਕੇ ਆਇਆ ਉਹਦੇ ਅੰਦਰ ਅੱਗ ਬਲਦੀ ਹੈ ਤੇ ਉਹਨੂੰ ਕਵੇ ਕੋਈ ਸਤਨਾਮ ਜਾਪੋ ਤੇ ਉਹਨੇ ਕਹਿਣਾ ਮੈਂ ਸਤਨਾਮ ਕੋਈ ਕਰਨਾ। ਅੱਜ ਜਦੋਂ ਵਿਆਹ ਤੇ ਆਉਂਦੇ ਸਾਰੇ ਪੈਲਸ 'ਚ ਰਹਿ ਜਾਂਦੇ ਨਾ, ਗੁਰਦੁਆਰੇ ਨਹੀਂ ਆਉਂਦੇ। ਕਹਿੰਦੇ 5-7 ਚੱਲ ਜਾਓ ਮੇਨ ਜਿਨ੍ਹਾਂ ਨੇ ਪੱਲਾ ਫੜਾਉਣਾ ਵਾ ਸ਼ਗਨ ਪਾਉਣਾ ਵਾ, ਬਾਕੀ ਕਹਿੰਦੇ ਆਪਾਂ ਕੀ ਗੁਰਦੁਆਰੇ ਕਰਨਾ ਹੈ, ਆਪਾਂ ਤਾਂ ਇੱਥੇ ਘੁੰਮਣਾ ਫਿਰਨਾ ਹੈ। ਤੋ ਇਸ ਕਰਕੇ ਨਾ ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰ ਦੇ ਬੋਲ ਕਹਿੰਦੇ ਪੁੱਤ ਇਹ ਜਨਮ ਵਾਰ-ਵਾਰ ਨਹੀਂ ਮਿਲਣਾ। ਇਹ ਸੋਹਣੇ ਸਰੀਰ ਦੇ ਨਾਲ ਸੇਵਾ ਸਿਮਰਨ ਕਰੋ, ਇਹਨੂੰ ਵਿਕਾਰਾਂ ਵੱਲ ਨਾ ਲਿਜਾਓ। ਵਿਸ਼ੇਸ਼ਾਦ ਮੈਂ ਬੈਠ ਕੋ ਹਰ ਕੋ ਭਜੋ ਮੁਕਤ ਸਭ ਹੋ। ਮਹਾਰਾਜ ਕਹਿੰਦੇ ਪੁੱਤਰੋ ਇਹ ਦੇਹੀ ਜਿਹੜੀ ਹੈ ਸੋਨੇ ਵਰਗੀ ਹੈ, ਇਹਨੂੰ ਵਿਕਾਰਾਂ ਵਿੱਚ ਗਾਲੋ ਨਾ, ਇਹਦੇ ਨਾਲ ਸੇਵਾ ਕਰੋ ਭਜਨ ਕਰੋ ਤੇ ਜੀਵਨ ਸਫਲਾ ਹੋਵੇਗਾ। ਸੋਰਠਾ ਹਮ ਸੋ ਕੀਜੇ ਭੋਗ ਭਨਤ ਭਈ ਪੁਨ ਅੰਗਨਾ। ਔਰ ਕਹਿੰਦੇ ਹਨ ਕਿ ਅੱਗੋਂ ਉਹਨਾਂ ਜਵਾਬ ਦਿੱਤਾ ਹੁਣ ਕਾਮ ਸਿਰ ਤੇ ਸਵਾਰ ਹੈ। ਕਹਿੰਦੇ ਬਾਬਾ ਜੀ ਤੁਹਾਡੇ ਬਚਨਾਂ ਦੀ ਸਾਨੂੰ ਸਮਝ। ਹੁਣ ਜਦੋਂ ਵਿਆਹ ਸ਼ਾਦੀ 'ਚ ਡਾਂਸਰ ਲੱਗੀ ਹੋਵੇ ਤੇ ਉਹਨੂੰ ਕਵੇ ਵੀ ਖੰਡ ਪਾਠ ਚੱਲਦਾ ਪਿੰਡ 'ਚ, ਉਹ ਆਖੂਗਾ ਬਾਬੇ ਨੂੰ ਕਹਿ ਬੰਦ ਕਰ ਲਾ। ਕਈ ਵਾਰੀ ਇੱਦਾਂ ਹੁੰਦਾ ਨਾ ਜਿਹਦੇ ਘਰ ਰੌਣਕ ਮੇਲਾ ਹੋਵੇ ਉਹਨੂੰ ਥੋੜ੍ਹਾ ਪਤਾ ਵੀ ਰਹਿ ਰਾਸ ਹੁੰਦੇ ਹੀ ਆ, ਸੋਲਾ ਸਾਹਿਬ ਹੁੰਦੇ ਆ, ਉਸ ਵੇਲੇ ਰੱਬ ਭੁੱਲ ਜਾਂਦਾ, ਮੈਨੂੰ ਵੀ ਭੁੱਲ ਜਾਂਦਾ, ਤੁਹਾਨੂੰ ਵੀ ਭੁੱਲ ਜਾਂਦਾ, ਕਿਉਂਕਿ ਮਾਹੌਲ ਹੀ ਇੱਦਾਂ ਦਾ ਹੁੰਦਾ ਘਰ 'ਚ। ਉੱਥੇ ਤੇ ਹੁੰਦਾ ਵਾ ਵੀ ਆਪਦੇ ਸਭ ਮੌਜ ਨਾਲ ਐ ਲਾ ਪਾ ਕੇ ਤੇ ਰੁੱਝੇ ਹੁੰਦੇ ਆ। ਇਹਦਾ ਚੇਤਾ ਤੇ ਉਦੋਂ ਆਉਂਦਾ ਜਦੋਂ ਵੱਖੀ 'ਚ ਪਾਉਂਦਾ ਨਾ, ਜਦੋਂ ਇੱਥੋਂ ਕੁ ਦਰਦ ਤਾਣ ਹੁੰਦੀ ਨਾ ਫਿਰ ਕਹਿਣਗੇ ਵਾਹਿਗੁਰੂ ਮਹਾਰਾਜ ਕਿਰਪਾ ਕਰ। ਤੇ ਜਦੋਂ ਚੰਗੇ ਰੌਣਕ ਵੇਲੇ ਮਾਇਆ ਸੁੱਟੀ ਉੱਥੋਂ ਬਾਬੇ ਦਾ ਚੇਤਾ, ਕਈਆਂ ਨੂੰ ਤੇ ਆਨੰਦ ਕਾਰਜ ਦਾ ਚੇਤਾ ਭੁੱਲ ਜਾਂਦਾ। 9 ਵਜੇ ਦੇ ਫੋਨ ਕਰਦੇ 4 ਵਜੇ ਬਾਬਾ ਜੀ ਆ ਗਏ 4। ਇੱਥੇ ਕਈ ਵਾਰੀ ਤੁਸੀਂ ਅੱਖੀਂ ਵੇਖਿਆ ਉਧਰੋਂ ਕਥਾ ਦਾ ਟਾਈਮ ਹੋ ਗਿਆ ਤੇ 5 ਵਜੇ ਆਏ। ਮੈਂ ਕਿਹਾ ਅੱਜ ਆਪਾਂ ਕਥਾ ਨਹੀਂ ਕਰਨੀ, ਅੱਜ ਆਨੰਦ ਕਾਰਜ ਹੀ ਕਰਾਂਗੇ। ਉਹ ਇੱਦਾਂ ਹੀ ਹੋਇਆ ਸੀ, ਪੂਰੀ ਕਥਾ ਦੇ ਟਾਈਮ 'ਚ ਆਨੰਦ ਕਾਰਜ ਹੀ ਕੀਤਾ, ਸੰਗਤਾਂ ਵਿਚਾਰੀਆਂ ਬਾਹਰ ਬੈਠੀਆਂ ਰਹੀਆਂ। ਇਹੋ ਜਿਹੇ ਕੰਮ 'ਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਹ ਅੱਗੋਂ ਕਹਿਣ ਲੱਗੀ ਜਿਹੜੀ ਮੇਨ ਰਾਣੀ ਸੀ, ਕਹਿੰਦੀ ਬਾਬਾ ਮੈਨੂੰ ਨਹੀਂ ਪਤਾ ਸਤਨਾਮ ਕੀ ਹੁੰਦਾ ਤੇ ਨਾਮ ਨੂਮ ਜਪਣਾ ਦਾ। ਮੈਂ ਜਿਹੜਾ ਤੁਹਾਨੂੰ ਬੇਨਤੀ ਕੀਤੀ ਹੈ ਜੇ ਤੇ ਤੁਸੀਂ ਕਰ ਸਕਦੇ ਹੋ ਅੰਗੀਕਾਰ ਤੇ ਠੀਕ ਹੈ, ਨਹੀਂ ਤੇ ਤੁਸੀਂ ਜਵਾਬ ਦਿਓ। ਵੇਖੋ ਕਿੰਨਾ ਬੁਰਾ ਹਾਲ ਜੀ। ਵਿਕਾਰੀ ਬੰਦੇ ਨੂੰ ਵਾਕਿਆ ਕਹਿੰਦੇ ਅੱਖਾਂ ਤੋਂ ਦਿਸਣਾ ਬੰਦ ਹੋ ਜਾਂਦਾ, ਕੰਨਾਂ ਤੋਂ। ਇਹ ਦਿਨ ਸਾਰਿਆਂ ਤੇ ਆਉਂਦੇ ਆ, ਆਪਣੇ ਤੇ ਵੀ ਆਏ ਆ। ਜਦੋਂ ਉਹ ਸਮਾਂ ਹੁੰਦਾ ਨਾ ਉਸ ਉਮਰ ਦਾ, ਉਦੋਂ ਬੰਦੇ ਨੂੰ ਐ ਲੱਗਦਾ ਵੀ ਕਿਸੇ ਨੂੰ ਕੁਛ ਨਹੀਂ ਪਤਾ, ਮੈਨੂੰ ਹੀ ਪਤਾ। ਪਰ ਇਹ ਨਹੀਂ ਪਤਾ ਹੁੰਦਾ ਵੀ ਇਹਨੂੰ ਸਾਰਾ ਹੀ ਪਤਾ ਹੈ। ਤੋ ਇਸ ਕਰਕੇ ਖੁਦ ਰੱਬ ਦੇ ਸਾਹਮਣੇ ਵਿਕਾਰੀ ਔਰਤ ਬੈਠੀ, ਖੁਦ ਰੱਬ ਨੂੰ ਕਹਿ ਰਿਹਾ ਤੇ ਉਦੋਂ ਨਹੀਂ ਅਸਰ। ਤੇ ਅੱਜ ਕੀ ਬਣੂਗਾ ਸੰਗਤੇ? ਹੁਣ ਤੇ ਪ੍ਰਭਾਵ ਹੀ ਬੜਾ ਮਾੜਾ ਹੈ। ਹੁਣ ਤੇ ਸਾਡੇ ਦਾਲੇ ਪਦਾਲੇ ਮਾਹੌਲ ਹੀ ਇੱਦਾਂ ਦਾ ਰਚਿਆ ਗਿਆ। ਤੇਲ ਵਾਲੀ ਸ਼ੀਸ਼ੀ ਤੇ ਵੀ ਬੀਬੀ ਦੀਆਂ ਫੋਟੋ ਲਾਤੀਆਂ, ਅਖਬਾਰਾਂ ਘਰ 'ਚ ਆਉਂਦੀਆਂ ਉੱਤੇ ਵੀ ਬੀਬੀਆਂ ਦੀਆਂ ਫੋਟੋ ਲਾਤੀਆਂ। ਉਹਦਾ ਨਾਂ ਹੈ ਜਗ ਬਾਣੀ। ਬਾਣੀ ਸ਼ਬਦ ਅਖਬਾਰ ਦਾ ਸਭ ਤੋਂ ਭੈੜੀ ਫੋਟੋ ਉਹਦੇ ਪਿਛਲੇ ਪੇਜ 'ਤੇ ਲੱਗੀ ਹੁੰਦੀ ਹੈ। ਇਹ ਚੀਜ਼ਾਂ ਬੰਦੇ ਨੂੰ ਗੁਰੂ ਨਾਲੋਂ ਤੋੜੀ ਜਾਂਦੀਆਂ। ਮੋਬਾਇਲ ਵੇਖੋ, ਸਾਰੇ ਵੇਖਦੇ, ਤਾਂ ਹੀ ਉਹਨੇ ਕੋਈ ਕਥਾ ਕੀਰਤਨ 'ਚ ਬਹਿੰਦਾ, ਧਿਆਨ ਹੀ ਦੂਜੇ ਪਾਸੇ ਹੈ। ਗੌਤਮ ਪੂਰਨ ਜੋਗ ਪੂਰਨ ਕਰੀਏ ਕਾਮਨਾ। ਕਹਿਣ ਲੱਗੇ ਤੁਸੀਂ ਕਿਰਪਾ ਕਰੋ ਫਕੀਰ ਜੀ, ਜਿੰਨੇ ਤੁਹਾਡੇ ਤੋਂ ਪਹਿਲਾਂ ਬਾਬੇ ਆਏ ਸਾਰਿਆਂ ਨੇ ਸਾਡੀ ਇੱਛਾ ਪੂਰੀ ਕੀਤੀ ਹੈ। ਸਾਡੇ ਨਾਲ ਭੰਗੜਾ ਪਾਇਆ ਹੈ, ਨਾਚ ਕੀਤਾ, ਤੁਸੀਂ ਵੀ ਆਖੇ ਲੱਗ ਜਾਓ। ਸੋਰਠਾ ਤਿਨ ਕੇ ਸੁਣ ਕਰ ਬੈਨ ਸ਼੍ਰੀ ਨਾਨਕ ਬੋਲਤ ਪਏ। ਉਹਨਾਂ ਦੇ ਬਚਨ ਸੁਣ ਕੇ ਮਹਾਰਾਜ ਜੀ ਨੇ ਕਹਿਣਾ ਕੀਤਾ, ਮੇਰੇ ਦੇ ਸੁਖ
ਚੈਨ ਸ਼ਬਦ ਕਮਾਵਨ ਕੀਜੀਐ। ਭਾਈ ਮਰਦਾਨਾ ਜੀ ਨੂੰ ਮਹਾਰਾਜ ਕਹਿੰਦੇ, ਮਰਦਾਨਿਆਂ ਇਹ ਬਹੁਤ ਜ਼ਿਆਦਾ ਰੋਗੀ ਹੋ ਗਈਆਂ, ਬਿਮਾਰੀ ਬਹੁਤ ਜ਼ਿਆਦਾ ਲੰਬੀ ਹੋ ਗਈ ਆ, ਹੁਣ ਰਬਾਬ ਛੇੜ, ਇਹਨਾਂ ਨੂੰ ਦਵਾਈ ਦੇਣੀ ਪੈਣੀ ਹੈ ਨਾਮ ਦੀ। ਮਹਾਰਾਜ ਦੀ ਰਬਾਬ ਹੁਣ ਛਿੜਨੀ। ਕੱਲ ਨੂੰ ਵੇਖਾਂਗੇ ਮਹਾਰਾਜ ਜੀ ਨੇ ਸ਼੍ਰੀ ਮੁੱਖ ਵਾਕ ਆਸਾ ਘਰ ਛੇਵਾਂ ਮਹੱਲਾ ਪਹਿਲਾ ਕੱਲ ਦੇ ਦੀਵਾਨ ਵਿੱਚ ਨਾਲੇ ਮੱਸਿਆ ਮਨਾਵਾਂਗੇ ਤੇ ਨਾਲੇ ਗੁਰੂ ਨਾਨਕ ਦੇਵ ਜੀ ਨੂੰ ਮਨਾ ਲਾਂਗੇ। ਅੱਜ ਮਹਾਰਾਜ ਨਹੀਂ ਮੰਨੇ, ਉਹ ਬਥੇਰਾ ਮਨਾਉਂਦੀਆਂ ਰਹੀਆਂ ਵਿਕਾਰੀ ਜੀ ਮਹਾਰਾਜ, ਤੇ ਉਹਨਾਂ ਨੂੰ ਮਨਾ ਲੈਣਾ ਕੱਲ ਨੂੰ ਮੱਸਿਆ ਵੀ ਮਨਾਈ ਜਾਣੀ ਹੈ ਤੇ ਨਾਲੇ ਬਾਬੇ ਨੇ ਇਹਨਾਂ ਨੂੰ ਵੀ ਮਨਾ ਲੈਣਾ। ਇਹਨਾਂ ਦੀ ਜਿਹੜੀ ਅੱਗ ਹੈ ਸ਼ਾਂਤ ਹੋ ਜਾਣੀ ਹੈ, ਵਕਾਰ ਭਜਾ ਦੇਣੇ। ਹੁਣ ਰਬਾਬ ਜਦੋਂ ਛਿੜੀ ਬਾਬੇ ਦੀ, ਰੱਬੀ ਰਬਾਬ ਜਾਂ ਤੇਰੀ ਪਈ ਕੰਨੀ, ਲੱਖਾਂ ਸੰਭਲ ਗਏ ਠੋਕਰਾਂ ਖਾਣ ਵਾਲੇ, ਲੱਖਾਂ ਸੰਭਲ ਗਏ ਠੋਕਰਾਂ ਖਾਣ ਵਾਲੇ, ਮੱਕਾ ਮਣ ਤੂੰ ਜਿਨ੍ਹਾਂ ਦਾ ਫੇਰ ਦਿੱਤਾ, ਮੋਮਨ ਬਣੇ ਉਹ ਪੱਕੇ ਈਮਾਨ ਵਾਲੇ, ਤੈਨੂੰ ਵੇਂਦਿਆਂ ਸਾਰ ਹੀ ਮੋਹ ਹੋ ਗਏ, ਦਿਲ ਪਰਬਤਾਂ ਨਾਲ ਟਕਰਾਣ ਵਾਲੇ, ਚਸ਼ਮੇ ਫੁੱਟ ਪਏ ਅੰਮ੍ਰਿਤ ਚੋਂ, ਅੰਮ੍ਰਿਤ ਦੇ ਪੱਥਰਾਂ ਚੋਂ, ਜਗਤ ਜਲੰਦੇ ਨੂੰ ਠੰਡ ਵਰਤਾਉਣ ਵਾਲੇ। ਧੰਨ ਮੇਰੇ ਪਾਤਸ਼ਾਹ ਦੀ ਰਬਾਬ ਤੇ ਬਾਣੀ ਚੋਂ ਚਸ਼ਮਾ ਫੁੱਟਣਾ, ਜਿਹਦੇ ਨਾਲ ਇਹਨਾਂ ਬੀਬੀਆਂ ਦਾ ਤੇ ਆਪਣਾ ਸਾਰਿਆਂ ਦਾ ਕੱਲ ਨੂੰ ਮਹਾਰਾਜ ਨੇ ਇਸ਼ਨਾਨ ਕਰਾਉਣਾ ਤੇ ਟਾਈਮ ਨਾ ਆ ਜਿਓ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਦਇਆ ਕਰਨ। ਜੋ ਜਿਨ੍ਹਾਂ ਸੰਗਤਾਂ ਦੀਆਂ ਸੇਵਾਵਾਂ ਭਾਵਨਾ ਨਾਲ ਚੱਲ ਰਹੀਆਂ, ਕੱਲ ਨੂੰ ਮਾਵਸ ਹੈ, ਵੱਧ ਤੋਂ ਵੱਧ ਗੁਰੂ ਕੀ ਲੋਹ ਦੇ ਉੱਤੇ ਭੈਣੋ ਭਾਂਡਿਆਂ ਦੀ ਸੇਵਾ, ਛਬੀਲ ਦੀ ਸੇਵਾ ਵੀ ਕਰਿਓ, ਗਰਮੀ ਕਾਫੀ ਹੈ। ਸੰਗਤਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਹੋਰ ਵੀ ਸੰਗਤਾਂ ਰਲ ਕੇ ਜਿੰਨੀ ਵੀ ਭਾਵਨਾ ਦੇ ਨਾਲ ਸੇਵਾ ਆਪ ਜੀ ਕਰ ਸਕਦੇ ਹੋ ਉਤਨੀ ਹੀ ਕਰਿਓ। ਸੋ ਮਹਾਰਾਜ ਆਪ ਜੀ ਦੀ ਝੋਲੀ ਭਰਨਾ। ਅੱਜ ਦੀ ਸੇਵਾ ਅਤੀ ਸਤਿਕਾਰਯੋਗ ਸਰਦਾਰ ਸੁਰਜੀਤ ਸਿੰਘ ਜੀ ਚੱਕ ਚੇਲਾ, ਉਹਨਾਂ ਨੇ ਕੀਤੀ ਹੈ। ਮਹਾਰਾਜ ਜਿਨ੍ਹਾਂ ਮਨੋਕਾਮਨਾ ਨੂੰ ਲੈ ਕੇ ਸੰਗਤ ਨੇ ਸੇਵਾ ਕੀਤੀ, ਸਤਿਗੁਰੂ ਥਾਏ ਪਾ ਦੇਣ ਜੀ। ਕੱਲ ਦੀ ਸੇਵਾ ਹੈ ਭਾਈ ਜੋਗਿੰਦਰ ਸਿੰਘ ਜੀ ਚੱਕ ਚੇਲਾ, ਪਰਿਵਾਰ ਬੇਨਤੀ ਪ੍ਰਵਾਨ ਕਰੇ। ਗੁਰੂ ਕੀ ਸੰਗਤ ਮਹਾਰਾਜ ਕਿਰਪਾ ਕਰਨ ਜੀ। ਆਪਣੇ ਕੋਲ ਤਕਰੀਬਨ 2 ਮਹੀਨਿਆਂ ਦੀ ਸੰਗਤ ਦਾ ਵੇਰਵਾ ਪਹੁੰਚਿਆ ਹੈ। ਇਸੇ ਤਰ੍ਹਾਂ ਜਿਹੜੀਆਂ ਸੰਗਤਾਂ ਹੌਲੀ ਹੌਲੀ ਨਾਮ ਦਰਜ ਕਰਾ ਲੈਣ, ਗੁਰੂ ਪਾਤਸ਼ਾਹ ਦੀ ਭਾਵਨਾ। ਜੇ ਕਿਸੇ ਨੂੰ ਜਲਦੀ ਹੋਵੇ, ਜਾਣਾ ਹੋਵੇ ਕਿਸੇ ਨੇ ਦੇਸ਼ ਵਿਦੇਸ਼, ਉਹ ਸਵੇਰੇ ਵੀ ਸੇਵਾ ਕਰ ਸਕਦਾ, ਕਿਉਂਕਿ ਅੰਮ੍ਰਿਤ ਵੇਲੇ ਵੀ ਦੇਗ ਤਿਆਰ ਹੁੰਦੀ ਹੈ, ਉਹਦੀ ਸੇਵਾ ਸਵੇਰੇ ਹੋ ਜਾਏਗੀ। ਤੇ ਜੇ ਤੁਸੀਂ ਲੜੀਵਾਰ ਭਾਵਨਾ ਨਾਲ, ਫਿਰ ਆਪਾਂ ਵਾਰੀ ਸਿਰ ਨਾਲੇ ਮਹਾਰਾਜ ਦੇ ਜਸ ਸੁਣੀ ਜਾਵਾਂਗੇ। ਨਾਂ ਵੀ ਤੁਹਾਡੇ ਤੋਂ ਵਿੱਚੋਂ ਆਇਆ ਜਾਊਗਾ, ਨੰਬਰ ਮੋਬਾਈਲ ਦਾ ਲਿਖਾ ਦਿੱਤਾ, ਅਸੀਂ ਆਪੇ ਫੋਨ ਕਰ ਦਾਂਗੇ। ਆਪ ਸੰਗਤਾਂ ਵੱਧ ਤੋਂ ਵੱਧ ਸੇਵਾ ਕਰੋ, ਦਸਵੰਧ ਕੱਢੋ, ਬਾਣੀ ਪੜ੍ਹੋ। ਗੁਰੂ ਨਾਨਕ ਐਸਾ ਪਿਆਰ ਕਿਸੇ ਨੇ ਵੀ ਆਪਾਂ ਨੂੰ ਦੇਣਾ ਜੀ। ਜਪਿਓ ਜਿਨੇ